ਵਾਹਿਗੁਰੂ। ਸਰਬੱਤ ਸੰਗਤਾਂ ਨੇ ਪਿਆਰ ਦੇ ਨਾਲ ਸਾਹਿਬਜ਼ਾਦੇ ਅਤੇ ਸ਼ਹੀਦ ਸਿੰਘ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਸਾਧ ਸੰਗਤ ਜੀ, 5 ਮੂਲ ਮੰਤਰ ਅਸੀਂ ਉਹਨਾਂ ਵਾਸਤੇ ਕਰਾਂਗੇ, ਕਿਉਂਕਿ ਅਸੀਂ ਉਹਨਾਂ ਨੂੰ ਹੋਰ ਕੁਛ ਦੇ ਨਹੀਂ ਸਕਦੇ। ਕਰਨਾ ਤਾਂ ਵੈਸੇ ਜ਼ਿਆਦਾ ਚਾਹੀਦਾ। ਜਿਵੇਂ ਦਾਸ ਨੇ ਰਾਤ ਵੀ ਬੇਨਤੀ ਕੀਤੀ, ਬਹੁਤ ਸਾਰੇ ਸਿੰਘ 1 ਮਹੀਨਾ ਲਗਾਤਾਰ ਮਿੱਠੇ ਤੋਂ ਵੀ ਪਰਹੇਜ਼ ਕਰਦੇ ਹਨ ਅਤੇ ਉਹਨਾਂ ਦੇ ਨਿਮਿਤ ਬਹੁਤ ਸਾਰੇ ਪਾਠ, ਜਿਵੇਂ ਸ੍ਰੀ ਅਕਾਲ ਉਸਤਤ ਸਾਹਿਬ ਹੈ, ਬਚਿੱਤ ਨਾਟਕ, ਚੰਡੀ ਦੀ ਵਾਰ, ਬ੍ਰਹਮ ਕਵਚ, ਸ਼ਸਤਰ ਨਾਮ ਮਾਲਾ, ਉਗਰਦੰਤੀ, ਬੇਅੰਤ ਬਾਣੀਆਂ ਉਹਨਾਂ ਦੇ ਪ੍ਰਤੀ ਪੜ੍ਹੀਆਂ ਜਾਂਦੀਆਂ ਨੇ। ਹੁਣ ਆਪਾਂ ਸਾਰੇ ਮਿਲ ਕੇ ਆਪਣੀ ਮਨੋਬਿਰਤੀਆਂ ਜੋ ਕੰਮਾਂ ਕਾਰਾਂ ਵਿੱਚ ਖਿੰਡੀਆਂ ਹੁੰਦੀਆਂ ਨੇ, ਇਕਾਗਰਤਾ ਸਹਿਤ ਸ੍ਰੀ ਅਨੰਦਪੁਰ ਸਾਹਿਬ ਚੱਲੀਏ। ਉੱਥੇ ਦੇ ਉਹ ਸਮੇਂ ਨੂੰ ਯਾਦ ਕਰਕੇ ਕਿਵੇਂ 8 ਮਹੀਨੇ ਸਿੰਘਾਂ ਨੇ ਗੁਜ਼ਾਰੇ। ਇਹ ਕਹਿਣ ਮਾਤਰ ਹੁੰਦਾ ਕਿ ਮਹਾਰਾਜ ਦਾ ਬਚਨ ਨਹੀਂ ਮੰਨਿਆ ਸਿੰਘਾਂ ਨੇ, ਪਰ ਫਿਰ ਵੀ ਉਹ ਸਿੰਘ ਧੰਨ ਨੇ। ਭਾਵੇਂ ਬੇਦਾਵਾ ਦਿੱਤਾ, ਬੇਦਾਵਾ ਪੜਵਾਇਆ ਵੀ ਉਹਨਾਂ ਨੇ, ਫਿਰ ਜਾ ਕੇ ਸ਼ਹੀਦੀਆਂ ਤਾਂ ਹੋਏਗੀਆਂ। ਗੁਰੂ ਸਾਹਿਬ ਜੀ ਆਪਣੇ ਬੱਚਿਆਂ ਵਾਂਗੂ ਹਮੇਸ਼ਾ ਬਖਸ਼ ਲੈਂਦੇ ਨੇ। ਇਹ ਵੀ ਇੱਕ ਪਰਖ ਦੀਆਂ ਘੜੀਆਂ ਸਨ। ਸਾਰਿਆਂ ਸ਼ਹੀਦਾਂ ਨੂੰ ਸਮਰਪਿਤ ਇਹ ਮੂਲ ਮੰਤਰ ਪਿਆਰ ਸਤਿਕਾਰ ਨਾਲ ਬੋਲਦੇ ਵੀ ਹੋਏ, ਕੰਨਾਂ ਨਾਲ ਸੁਣਦੇ ਵੀ ਹੋਏ, ਮਨ ਦੇ ਅੰਦਰ ਉਹਦੇ ਅਰਥਾਂ ਦੀ ਵਿਚਾਰ ਕਰਦੇ ਹੋਏ ਸਹਿਜ ਵਿੱਚ ਪੜ੍ਹਨਾ ਹੈ, ਮਨ ਨੂੰ ਜੋੜ ਕੇ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਇੱਕ ਓੰਕਾਰ ਸਤਿਨਾਮ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ।
आदि सच जुगाद सच है भी सच नानक होसी भी सच वाहेगुरु 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 कबीर मोहि मरने का चाओ है मरो तो हर कै द्वार मत हर पूछे कौन है हरा हमारे बार सो कहो टल गुर से भी निस सहज दर्शन परसे गुरु के जन्म मरण होवै सिफत खसम दी नूर अरसों तुद डिठे सच्चे पातशाह मल जन्म जन्म दी सज्जन सच्चा पातशाह सिरसां जिस पास बैठिया सोही है सबना दा खड़ग केत मैं शरण तिहारी आप हाथ दे ले हो उबारी सर्ब ठौर मोह हो सहाई दुष्ट दोख ते ले हो बचाई सगल द्वार को छाड़ के गहो तुहारो बाह गहे की लाज अस गोबिंद दास तुहार धन धन साहिब श्री गुरु ग्रंथ साहिब महाराज दी पावन पवित्र हजूरी विच सजी होए गुरु रूप गुरु खालसा साध संगत जी आओ सरबत संगतां सारे जितने भी सतगुरु महाराज जी शहीद होए गुरसिखां ने शहीदियां पाईयां ਅਤੇ ਨਾਲ 10ਵੇਂ ਪਾਤਸ਼ਾਹ ਵੇਲੇ ਕਿਤਨੀਆਂ ਜੰਗਾਂ ਵਿੱਚ ਸਿੰਘ ਸ਼ਹੀਦ ਹੋਏ ਨੇ। ਸਰਬੱਤ ਸਿੰਘਾਂ ਦਾ ਧਿਆਨ ਧਰ ਕੇ ਝੁਕਾਓ ਸੀਸ ਗੁਰਾਂ ਦੇ ਅੱਗੇ ਬੁਲਾਓ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਇਸ ਨਗਰ ਦੇ ਵਿੱਚ जो बिल्कुल एक पासे ही पैंदा नगर पटियाले वांगू पटियाला भी 40 किलोमीटर साइड ते ही पै जांदा मेन रोड तो 30-35 राजपुरे वालों भी हर पक्ष तो ये भी तुहाडा नगर एक साइड ते ही है। पर ये देखिया इत्थे आके जिन्ने पुराने गुरसिख ने पुराने समय तो लैके सारी संगत ने सिक्खी नूं बहुत साਂਭ के रखा होया। महाराज की बड़ी कृपा है। बड़े बड़े महापुरख तपस्वी बाबा मंगल सिंह जी वर्गे जिन्हों ने इस शहर नूं बख्शिया सिक्खी की दात भी बख्शी है। बड़ी मर्यादा दे विच जो रहे ने। हुणे मैं दफ्तर प्रधान जी नूं पुछिया फोटोआं किहनां किहनां दीआं कहते एक मेरे पिता जी ने मैं क्या दमाला सजाते सी फरले वाले कहते हाँ जी मैं क्या बहुत अच्छी गल है। बड़ी जिहड़ी खुशी हुई है शरधा तुहाडी बड़ी कायम है। शरधा दीआं जड़ां पक्कियां जो आदि श्री दसम ग्रंथ का प्रकाश किया होया नाल इस करके एक पुरातन मर्यादा है। वैसे तो
ਪੁਰਾਣੇ ਸਮੇਂ ਵਿੱਚ ਜਿੱਥੇ ਵੀ ਹੁਣ ਜੇ ਸ੍ਰੀ ਹਜ਼ੂਰ ਸਾਹਿਬ ਵੀ ਦੇਖੀਏ, ਇਸ ਛਾਉਣੀ ਦੇ ਵਿੱਚ ਸ੍ਰੀ ਸਰਬਲੋਹ ਦੇ ਪ੍ਰਕਾਸ਼ ਵੀ ਹਨ, ਹੋਰ ਥਾਵਾਂ 'ਤੇ ਛਾਉਣੀਆਂ ਵਿੱਚ। ਸੋ ਹੌਲੀ ਹੌਲੀ ਸਿੱਖ ਖੇਚਲ ਮੰਨਦਾ ਵੀ ਅਸੀਂ ਇਹ ਇੰਨੇ ਸਰੂਪ ਪ੍ਰਕਾਸ਼ ਕਰਨੇ ਔਖੇ ਆ, ਪਰ ਸਾਧ ਸੰਗਤ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਹੁਕਮ ਹੈ ਸਤਿਗੁਰਾਂ ਦਾ, ਜਿੰਨੀ ਸੇਵਾ ਹੋ ਜੇ ਬਾਣੀ ਦੀ, ਗੁਰਾਂ ਦੀ। ਸਤਿਗੁਰਾਂ ਨੇ ਆਪਣੀ ਕਲਮ ਦੇ ਨਾਲ ਹੀ ਸਾਰੀਆਂ ਬਾਣੀਆਂ ਲਿਖੀਆਂ, ਲਿਖਾਰੀ ਲਾ ਕੇ ਲਿਖਵਾਈਆਂ। ਦੇਖ ਲਓ, ਜੇ ਸਤਿਗੁਰੂ ਮਹਾਰਾਜ ਜੀ ਕਦੇ ਕਿਸੇ ਦਰਖਤ ਥੱਲੇ ਬੈਠ ਕੇ ਤਾਂ ਜੰਡ ਸਾਹਿਬ ਬਣ ਗਿਆ। ਅਸੀਂ ਤਾਂ ਉਹ ਦਰਖਤ ਨੂੰ ਵੀ ਸੀਸ ਝੁਕਾਉਂਦੇ। ਬਹੁਤ ਸਾਰੇ ਲੋਕਾਂ ਦੇ ਵਿਚਾਰ ਨੇ, ਜਿਵੇਂ ਕੁਛ ਤੋੜਨ ਵਾਲੇ ਲੋਕ ਹੁੰਦੇ ਨੇ, ਕਹਿੰਦੇ ਦਰਖਤਾਂ ਦੀ ਪੂਜਾ ਨਹੀਂ ਲਿਖੀ ਖਾਲਸੇ ਨੂੰ। ਦਰਖਤਾਂ ਦੀ ਪੂਜਾ ਨਹੀਂ ਕਰਦਾ ਹੈ ਖਾਲਸਾ। ਜਿੱਥੇ ਗੁਰਾਂ ਨੇ ਬਚਨ ਕੀਤਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਮ। ਸਾਹ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਨੌਵੇਂ ਪਾਤਸ਼ਾਹ ਜਦੋਂ ਸੋ ਜਿਹਦਾ ਨਾਮ ਹੁਣ ਸ੍ਰੀ ਬਹਾਦਰਗੜ੍ਹ ਸਾਹਿਬ ਸਥਾਨ ਦਾ, ਉੱਥੇ ਜਦੋਂ ਬੈਠੇ ਸੀ ਆ ਕੇ, ਵੇਖੋ ਬਾਗ ਹਰਾ ਹੋ ਗਿਆ ਸੀ। ਗੁਰਾਂ ਨੇ ਤਾਂ ਜੇ ਚਰਨ ਪਾ ਦਿੱਤੇ ਤਾਂ ਵੀ ਸਭ ਕੁਝ ਹਰਾ ਭਰਾ ਹੋਇਆ। ਕਿਸੇ ਦੇ ਸੀਸ 'ਤੇ ਹੱਥ ਰੱਖਿਆ ਤਾਂ ਵੀ, ਜੇ ਕਿਸੇ ਵੱਲ ਤੱਕ ਲਿਆ ਤਾਂ ਵੀ ਕਿਰਪਾ ਹੋ ਗਈ, ਜੇ ਬਚਨ ਬੋਲ ਦਿੱਤਾ ਤਾਂ ਵੀ ਕਿਰਪਾ ਹੋ ਗਈ। ਬੱਲਬ ਹੈ ਇੱਕ ਬਹੁਤ ਤਕੜਾ, ਜਿਵੇਂ ਬੱਲਬ ਲੱਗੇ, ਇਹਨਾਂ ਦੀ ਦੇਖੋ ਪ੍ਰਕਾਸ਼ ਖੱਬੇ ਸੱਜੇ ਉੱਪਰ ਥੱਲੇ ਸਾਰੇ ਪਾਸੇ ਜਾ ਰਿਹਾ। ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਇਸੇ ਤਰ੍ਹਾਂ ਹੀ ਹੈ ਕਿ ਗੁਰੂ ਸਾਹਿਬ ਜੀ ਜਿੱਥੇ ਵੀ ਗਏ ਨੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ। ਫਿਰ ਆਉਂਦਾ ਨੇਤਰਾਂ ਦਾ ਬਚਨ ਹੈ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਕਿਰਪਾ ਦ੍ਰਿਸ਼ਟੀ ਨਾਲ ਹੀ ਤੱਕ ਕੇ ਦੁੱਖ ਦੂਰ ਕਰ ਦਿੱਤੇ ਨੇ। ਇਸ ਕਰਕੇ ਸਤਿਗੁਰੂ ਜੀ ਨੇ ਜਦੋਂ ਸਤਿਗੁਰੂ ਮਹਾਰਾਜ ਨੇ ਆ ਕਰਕੇ ਇਹਨਾਂ ਸਥਾਨਾਂ ਦੇ ਉੱਤੇ ਸ੍ਰੀ ਮਾਛੀਵਾੜਾ ਸਾਹਿਬ, ਗੁਰੂ ਸਾਹਿਬ ਜੀ ਬਿਰਾਜਮਾਨ ਹੋਏ ਸਿਰਹਾਣਾ ਲਾ ਕੇ ਟਿੰਡ ਦਾ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਨੂੰ ਕਿਹਾ ਸੀ ਕਿ ਆਹ ਜਿਹੜਾ ਤਾਰਾ ਸਾਹਮਣੇ, ਇਹਨਾਂ ਤਾਰਿਆਂ ਦੀ ਸੇਧ ਲੈ ਕੇ ਤੁਰ ਆਇਓ, ਅਸੀਂ ਆਪੇ ਲੱਭ ਜਾਵਾਂਗੇ ਤੁਹਾਨੂੰ। ਲੱਭਦੇ ਲੱਭਦੇ ਸਤਿਗੁਰੂ ਜੀ ਦਾ ਵਿਸ਼ਰਾਮ ਵਿੱਚ ਹੋ ਗਏ। ਤਾਂ ਉਸ ਵਕਤ ਜਦੋਂ ਸਾਧ ਸੰਗਤ ਉੱਥੇ ਭਾਈ ਮਾਨ ਸਿੰਘ ਜੀ ਨੇ ਕੁਛ ਚਮਕਦਾ ਦੇਖਿਆ। ਕਈ ਕਹਿੰਦੇ ਨੇ ਉਹ ਅੰਗੂਠੀ ਪਾਈ ਹੋਈ ਸੀ ਮਹਾਰਾਜ ਨੇ ਸੋਨੇ ਦੀ। ਇਹ ਗੁਲਤਰਾਣ ਕਹਿੰਦੇ ਨੇ ਇਹਨੂੰ, ਗੁਲਤਰਾਣ। ਗੁਲਤਰਾਣ ਜਦੋਂ ਤੀਰ ਚਲਾਉਂਦੇ ਆ ਉਦੋਂ ਉਂਗਲਾਂ ਵਿੱਚ ਪਾ ਜਾਂਦੇ। ਦਰਜੀ ਸੂਈ ਲੱਗਣ ਦੇ ਡਰੋਂ ਆਪਣੇ ਹੱਥ ਵਿੱਚ ਇੱਕ ਇੱਥੇ ਤੱਕ ਲੰਬੀ ਛਾਂਪ ਜੀ ਪਾਉਂਦੇ ਨੇ। ਇੱਦਾਂ ਗੁਲਤਰਾਣ ਵੀ ਪਾਇਆ ਜਾਂਦਾ ਤੀਰ ਖਿੱਚਣ ਵੇਲੇ। ਭਰੇ ਜੋਗਣੀ ਪੱਤਰ 64 ਚਾਰੰਗ ਚਲੀ ਠਾਮ ਠਾਮਨ ਡਕਾਰੰਗ ਡਕਾਰੰਗ। ਇਹ ਸ਼ਬਦ ਦੇ ਵਿੱਚ ਉਹ ਗੁਲਤਰਾਣ ਦਾ ਔਰ ਬਾਣੀ ਵਿੱਚ ਕਾਫੀ ਜਗ੍ਹਾ ਦਸਮ ਵਿੱਚ ਆਇਆ। ਉਹ ਚਮਕਿਆ ਤਾਂ ਉਹ ਜਾ ਕੇ ਸਤਿਗੁਰਾਂ ਨੇ ਅੱਗੇ ਲੁਧਿਆਣੇ ਵੱਲ ਇੱਕ ਨਗਰ ਆਉਂਦਾ, ਉੱਥੇ ਇੱਕ ਮਿਸਤਰੀ ਸਿੰਘ ਤੋਂ ਕਟਵਾਇਆ ਸੀ ਕਿਉਂਕਿ ਉਂਗਲ ਸੁੱਜ ਗਈ, ਤਕਲੀਫ ਹੁੰਦੀ ਸੀ। ਬੜੇ ਪ੍ਰੇਮ ਨਾਲ ਮਿਸਤਰੀ ਨੇ ਜਦੋਂ ਕੱਟ ਕੇ ਉਹ ਲਾਇਆ ਸੀ, ਉੱਥੇ ਹੀ ਉਸ ਪਿੰਡ ਵਿੱਚ ਹੁਣ ਤੱਕ ਉਹ ਸੁਸ਼ੋਭਿਤ ਹੈ। ਮਹਾਰਾਜ ਨੇ ਕਿਹਾ ਸੀ ਕਿ ਮੰਗ ਕੀ ਮੰਗਦਾ? ਕਹਿਣ ਲੱਗਿਆ ਮਹਾਰਾਜ ਜੀ ਵਿਆਹ ਨਹੀਂ ਹੁੰਦਾ। ਸਤਿਗੁਰੂ ਕਹਿੰਦੇ 2 ਹੋਣਗੇ।
कि महाराज की मौज है। ब्याह के बचन आनंदपुर साहब जो श्री आनंदपुर साहब बसाया तो दुकानदार आने बारे जी इत्थे गाहकी नहीं है, इत्थे चलदा नहीं। सतगुरु कहने बहुत संगत आवेगी। फिर आई ये गल भी महाराज ये हुण बसाया करके लोग देखते हैं भी जद्दी पुश्ती बंदा नहीं, पिछला बंदा नहीं, पता नहीं कित्थों आया, साडे विआह नहीं हुंदे हैं। उत्थे भी गुरां ने बचन कीता सी जिहड़ा आनंदपुर साहब रहेगा उहदे 2-2 विआह होणगे। वैसे गल करते हैं बाबा गुरबख्श सिंह राम कुआर जी ने भी अपने रमदास नगर विच कहा सी खिया नहीं हुण विआह ही हुंदे रहण। सुभावक वचन है, इतिहास नाल मेल जोल खा जाते जिहड़े बचन। वो जिहड़ा गुलतराना वो दर्शन करने होण वो जिथे साडी आ कथा चलती है फेसबुक के उत्ते भी गुरमत TV भी है, उत्थे असीं नाल नाल मैं ਸਿੰਘਾਂ ਨੂੰ कह के बहुत कुछ पवाउंदा ही रहना भी इत्थे संगत ने जा नहीं सकना। एक सिंह इसे खोज ही लग्या रहिंदा, वो बड़े गुरुद्वारा साहिब बहुत सारे भेजदा मेरे को भी, मैं कहना पा दे इन्हां नूं भी ताकि संगत दर्शन कर सके। एक बेनती जरूर है, मनना ना मनना तुहाडी मर्जी है कि श्री पूरा नाम तो है गुरकीरतपुर साहब है, वैसे हम आपां हौली हौली कट्टण लग पे हैं, कीरतपुर ही कहण लग पे हैं। जदों बाबा गुरदित्ता जी ने हुक्म होया तो कि असीं गुरकीरतपुर साहब नाम रखना, उत्थे बाबा गुरदित्ता जी के स्थान पर सारे जा आउंदे ने, पर नहर पार करके उत्थे 7 गुरु घर ने अंदर। हुणे ही असीं नैट ते पा के हटे हैं, उत्थे एक तख्त साहब भी है, एक 6वें पातशाह ने रचिया, एक होर भी तख्त साहब है जिथे सारे स्वरूप 6वें 7वें 8वें 9वें 10वें पातशाह सजदे रहे ने। तो ये जिहड़ियां सारियां बख्शिशां गुरु साहब ने अपने ते कीतियां ने। अगे भी कल भी बेनती की सी, स्थानां ते जाण तो ही बहुत भारी फल है। मैं जदों मैते 1980 81 82 ਦੇ ਵਿੱਚ ਇੰਚਾਰਜ ਰਿਹਾ ਸੀ, ਮੇਰੀ ਡਿਊਟੀ ਸੀ ਸਾਰੀਆਂ ਚੀਜ਼ਾਂ ਸੰਭਾਲਣੀ, ਪੋਥੀਆਂ ਨੂੰ ਧੁੱਪ ਲਵਾਉਣੀ, ਭੋਰੇ 'ਚ ਪਾਣੀ ਆ ਗਿਆ ਕਾਫੀ ਤਾਂ ਪਲਸਤਰ ਕਰਵਾਇਆ, ਕਿਉਂਕਿ ਅੱਜ ਕੱਲ੍ਹ ਕੋਈ ਮਟੀਰੀਅਲ ਪੈਂਦਾ ਉਹ ਪਾ ਕੇ ਫਿਰ ਪਾਣੀ ਨਹੀਂ ਆਇਆ ਦੁਬਾਰਾ। ਉਦੋਂ ਇੱਕ ਕਾਪੀ ਲੱਭੀ ਸੀ ਸੰਤਾਂ ਦੀ ਹੱਥ ਲਿਖਤ, ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਵੀ ਜਿਹੜਾ ਕੋਈ ਸਿੱਖ ਦਰਬਾਰ ਸਾਹਿਬ ਜਾ ਕੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦਾ ਉਹਨੂੰ 51 ਪਾਠਾਂ ਜਿੰਨਾ ਫਲ ਮਿਲਦਾ। ਫਲ ਦਾ ਫਰਕ ਹੈ, ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਦਾ ਉਹਨੂੰ ਇੰਨਾ ਫਲ, ਜਿਹੜਾ ਸ੍ਰੀ 5 ਤਖਤਾਂ ਤੇ ਕਰਦਾ ਇੰਨਾ ਫਲ ਮਿਲਦਾ। ਤਾਈਓ ਮਾਧਵੀ ਰਿਖੀ ਨੂੰ ਬ੍ਰਹਮਾ ਜੀ ਨੇ ਕਿਹਾ ਸੀ ਤੂੰ 5 ਲੱਖ ਵਰਾ ਉਮਰ ਕਿਉਂ ਮੰਗਦਾ? वो कहन लग्या इस करके मंगदा कि मैं 5 लाख वरा तपस्या करनी है। ब्रह्मा जी कहन लगे तैनूं एक स्थान दसदे वो सामने जिथे बेरियां ही बेरियां ने, इत्थे ताइयों इन्नियां बेरियां ने, दुख भंजनी बेरी, बाबा बुढ़ा जी दी बेर, लाची बेर, इत्थे बेरियां ही सी बहुत ज़्यादा। उधर जिधर सुखमनी साहब दा बाणी रची उत्थे भी बेरियां काफ़ी सी। कहते ये जोड़ा थान आ माधवी, जे तू इत्थे 1 साल तपस्या बंदगी भगती जो करनी करेगा तैनूं 1 लाख वरे का फल देवांगे। जे तू 5 लाख वरा उम्र मंगदा मेरे हाथ च नहीं, क्योंकि कुदरत का कानून नहीं, निरंकार जी का असूल नहीं है, इन्नी लंबी उम्र नहीं असीं दे सकते किसी नूं। पर तू उत्थे 5 साल तक बंदगी कर, 5 साल तप कर, जो करेगा 5 लाख वरे का फल मिलेगा तेन। ये सारिया जगह ते जान का फल होंदा। उदाहरण वजों मेरे चाचा जी कैप्टन सी फौज च, उन्होंने दे इत्थे कई वो लाए फीतियां जियां रंग बिरंगियां किन्नियां इत्थे तक। मैं कहा ये की चीज़ है? वो कहते जिथे इत्थे साडी ड्यूटी बदलती है, जिथे इत्थे असीं जाने आ ਉਹਦਾ ਇਹ ਨਿਸ਼ਾਨ ਹੁੰਦਾ ਵੀ ਇੰਨੇ ਥਾਵਾਂ ਤੇ ਰਹਿ ਕੇ ਆਇਆ ਹੈ। ਕਹਿੰਦੇ ਇਹਦੇ ਤੇ ਸਾਨੂੰ ਤਰੱਕੀ ਵੀ ਮਿਲਦੀ ਆ। ਫਿਰ ਮੈਡਲ ਵੀ ਲਾਏ ਹੁੰਦੇ ਸੀ ਉਹਨਾਂ ਨੇ।
ਸੋ ਮੇਰਾ ਕਹਿਣ ਤੋਂ ਭਾਵ ਜਿੰਨੀ ਵਾਰ ਆਪਾਂ ਜਿੱਥੇ ਵੀ ਮੱਥਾ ਟੇਕਿਆ ਉਹ ਆਪਣੇ ਮਸਤਕ ਦੇ ਉੱਤੇ ਹੀ ਨਿਸ਼ਾਨ ਲੱਗ ਜਾਂਦਾ ਵੀ ਇਹ ਕਿੰਨਿਆਂ ਸਥਾਨਾਂ ਤੇ ਦਰਸ਼ਨ ਕਰਨ ਗਿਆ। ਔਰ ਜਦੋਂ ਆਪਾਂ ਸੱਚਖੰਡ ਜਾਣਾ ਉਦੋਂ ਮਸਤਕ ਦੇ ਉੱਤੇ ਸਾਰੇ ਨਿਸ਼ਾਨ ਲੱਗੇ ਹੋਣਗੇ, ਉਹਦਾ ਫਲ ਬਹੁਤ। ਜਿੰਨੀ ਸੇਵਾ ਤੁਸੀਂ ਕਰੋਗੇ, ਜਿੰਨੇ ਮੱਥੇ ਟੇਕੋਗੇ, ਇਹ ਇਸ ਤਰ੍ਹਾਂ ਹੁੰਦਾ ਵੀ ਪਹਿਲਾਂ ਕਿਸੇ ਗੱਲ ਨੂੰ ਦਾ ਵਿਰੋਧ ਕੀਤਾ ਜਾਂਦਾ, ਫਿਰ ਮਜ਼ਾਕ ਕੀਤਾ ਜਾਂਦਾ, ਫਿਰ ਮੰਨ ਲਿਆ ਜਾਂਦਾ। ਹੁਣ ਹਰੇਕ ਗੱਲ ਦਾ ਵਿਰੋਧ ਹੋ ਰਿਹਾ, ਮਜ਼ਾਕ ਹੋ ਰਿਹਾ, ਬੁਰਾ ਭਲਾ ਕਿਹਾ ਜਾ ਰਿਹਾ ਸਭ ਨੂੰ। ਜਦੋਂ ਸਤਿਗੁਰਾਂ ਨੇ ਗੁਰਤਾ ਗੱਦੀ ਬਖਸ਼ੀ ਗੁਰੂ ਅੰਗਦ ਦੇਵ ਮਹਾਰਾਜ ਨੂੰ, ਉਹਨਾਂ ਵੀ ਤਾਂ ਪ੍ਰਕਰਮਾਂ ਕੀਤੀਆਂ ਹੀ ਸੀ ਉਦੋਂ, ਦੂਜਿਆਂ ਨੇ ਤੀਜਿਆਂ ਦੀਆਂ ਤੀਜੀਆਂ, ਅੱਗੇ 10ਵੇਂ ਪਾਤਸ਼ਾਹ ਨੇ ਸਤਿਗੁਰੂ ਗ੍ਰੰਥ ਸਾਹਿਬ ਦੀਆਂ 5 ਪ੍ਰਕਰਮਾਂ ਕੀਤੀਆਂ ਸੀ। ਕੁਛ ਫਲ ਲੈਣਾ ਹੈ ਤਾਂ ਕਿਸੇ ਦੀ ਨਾ ਸੁਣੋ। ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ 5 ਵਾਰ ਮੱਥਾ ਟੇਕ ਕੇ 5 ਪ੍ਰਕਰਮਾਂ ਕਰੋ, 10 ਕਰੋ, 20 ਕਰੋ, ਇਹਦਾ ਬਹੁਤ ਭਾਰੀ ਫਲ ਮਿਲਦਾ। ਅਸੀਂ ਤਾਂ ਵੀ ਇਹ ਹੈ ਵੀ ਜੇ ਇੱਕ ਵਾਰ ਕਹਿ ਤਾ ਨਾ, ਜਿਹਨੇ ਉਹ ਮੰਨ ਲਿਆ, ਇਹ ਉਸੇ ਨੂੰ ਪਤਾ ਵੀ ਉਹਦਾ ਕਿੰਨਾ ਹੀ ਭਾਰੀ ਫਲ ਮਿਲਦਾ। ਹੁਣ ਇਹ ਚੀਜ਼ ਹੈ ਕਿ ਤੁਸੀਂ ਕਦੇ ਵੀ ਕਥਾ ਨਹੀਂ ਸੁਣੀ, ਜਿਹੜੀ ਗੁਰੂ ਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼ ਦੀ ਕਥਾ ਕਦੇ ਸੁਣੀ ਨਹੀਂ, ਪੰਥ ਪ੍ਰਕਾਸ਼ ਨਹੀਂ ਸੁਣੇ। ਆ ਸ੍ਰੀ ਗੁਰਪੁਰਬ ਪ੍ਰਕਾਸ਼ ਇੱਥੇ ਮੈਂ ਖੁਸ਼ੀ ਹੈ ਕਿ ਇਤਿਹਾਸ ਚੱਲ ਰਿਹਾ। 10ਵੇਂ ਪਾਤਸ਼ਾਹ ਜਾਂ ਨਿਹੰਗ ਸਿੰਘ ਫੌਜਾਂ ਵਿੱਚ ਵੀ ਹੁਣ ਉਹਨਾਂ ਨੇ ਇੱਕ ਮਰਿਆਦਾ ਚਲਾਈ, ਜਦੋਂ ਵੀ ਉਹਨਾਂ ਨੇ ਆਪਣੇ ਘੋੜੇ 'ਤੇ ਸਵਾਰ ਹੋਣਾ ਹੁੰਦਾ, ਪਹਿਲਾਂ ਘੋੜੇ ਨੂੰ ਆਪਣੇ ਵਾਹਨ ਨੂੰ ਨਮਸਕਾਰ ਕਰਨੀ ਆ ਕੇ, ਫਿਰ ਉਹਦੀ ਪਰਿਕਰਮਾ ਕਰਨੀ ਆ ਘੋੜੇ ਦੀ, ਫਿਰ ਘੋੜੇ ਉੱਤੇ ਬੈਠਣਾ। ਦੁਕਾਨਦਾਰ ਜਿਹੜੇ ਬੈਠੇ ਨੂੰ ਪਤਾ, ਸ਼ਟਰ ਖੋਲ੍ਹਣ ਤੋਂ ਪਹਿਲਾਂ ਸਵੇਰੇ ਤੁਸੀਂ ਕਿੰਨੀ ਵਾਰ ਨਮਸਕਾਰ ਕਰਦੇ, ਉਹ ਤੁਹਾਡੀ ਰੋਜੀ ਰੋਟੀ ਹੈ। ਸੂਰਮਾ ਆਪਣੇ ਸ਼ਸਤਰਾਂ ਨੂੰ ਨਮਸਕਾਰ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਖੋ ਸ੍ਰੀ ਅਨੰਦਪੁਰ ਸਾਹਿਬ ਸ਼ਸਤਰ ਉੱਤੇ ਸੁਸ਼ੋਭਿਤ ਕੀਤੇ ਆ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਪ੍ਰਕਾਸ਼ ਨੇ, ਸ੍ਰੀ ਅਕਾਲ ਤਖਤ ਸਾਹਿਬ ਤੇ ਮੰਜੀ ਸਾਹਿਬ ਉੱਪਰ ਹੈ, ਉੱਥੇ ਸ਼ਸਤਰ ਪ੍ਰਕਾਸ਼, ਪਰੇ ਮਹਾਰਾਜ ਦਾ ਪ੍ਰਕਾਸ਼। ਮੈਂ ਇਸ ਗੱਲ ਨੂੰ ਮੰਨਦਾ ਵੀ ਮਹਾਰਾਜ ਸਤਿਕਾਰ ਕਰਦੇ। ਸ੍ਰੀ ਹਜ਼ੂਰ ਸਾਹਿਬ ਬੜਾ ਉੱਪਰ ਸਾਰੇ ਸ਼ਸਤਰ ਸਜਾਏ ਹੋਏ ਨੇ, ਸਤਿਕਾਰ ਹੈ। ਪਰ ਮਨ ਵਿੱਚ ਆਉਂਦਾ ਸੀ ਵੀ ਠੀਕ ਹੈ, ਠੀਕ ਹੈ, ਸਭ ਕੁਝ ਠੀਕ ਹੈ, ਪਰ ਦਿਲ ਦੇ ਅੰਦਰ ਇੱਕ ਅੱਧਾ ਕੋਈ ਕੁਐਸਚਨ ਖੜਾ ਰਹਿੰਦਾ ਇਸ ਗੱਲ ਬਾਰੇ। ਜਦੋਂ ਸਤਿਗੁਰੂ ਮਹਾਰਾਜ ਜੀ ਕਪੂਰ ਇੱਥੇ ਗਏ, ਕੋਟਕਪੂਰੇ, ਇੱਕ ਕਪੂਰਾ ਸੀ ਚੌਧਰੀ, ਜਦੋਂ ਮਹਾਰਾਜ ਜੀ ਕੋਲ ਆਇਆ, ਸਤਿਗੁਰਾਂ ਨੇ ਆਪਣੇ ਪਲੰਘ ਦੇ ਨਾਲ ਇੱਕ ਪਲੰਘ ਹੋਰ 1.25 ਫੁੱਟ ਉੱਚਾ ਥੱਲੇ ਇੱਟਾਂ ਰੱਖ ਕੇ ਕਰਵਾ ਕੇ ਚਾਦਰ ਪਾ ਕੇ, ਇੱਕ ਚੌਰ ਗੁਰਾਂ ਨੂੰ ਹੋ ਰਹੀ, ਇੱਕ ਚੌਰ ਸ਼ਸਤਰਾਂ ਨੂੰ ਹੋ ਰਹੀ ਸੀ। ਕਪੂਰਾ ਕਹਿੰਦਾ ਸ਼ਸਤਰਾਂ ਨੂੰ ਇੱਥੇ ਚੌਰ ਹੋ ਰਿਹਾ, ਉੱਤੇ ਕੱਪੜਾ ਪਾਇਆ, ਇਹਨਾਂ ਨੂੰ ਕਿਹੜਾ ਮੱਖੀਆਂ ਬਹਿੰਦੀਆਂ ਆ ਕੇ। ਬੋਲਣ ਦਾ ਆਪਣਾ ਹੁੰਦਾ ਢੰਗ ਤਰੀਕਾ, ਮਿਠਾਸ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਫਿਰ ਕਹਿੰਦੇ ਕਈ ਵਾਰ ਤੇਰੇ ਵਰਗੇ ਮੂਰਖ ਆਦਮੀ ਨਾ ਆ ਤੂੰ ਏਡਾ ਚਾਦਰਾ ਜਿਹਾ ਬੰਨਿਆ ਮਿੱਟੀ ਉਡਾਉਂਦਾ ਆ ਰਿਹਾ, ਸ਼ਸਤਰਾਂ 'ਤੇ ਮਿੱਟੀ ਪੈਂਦੀ। ਮਹਾਰਾਜ ਜੀ ਕਹਿੰਦੇ ਇਹੀ ਸ਼ਸਤਰਾਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਾਹਿਬ ਸਰੋਹੀ ਸਾਹਿਤ ਹੀ ਯਹ ਹਮਾਰੇ ਪੀਰ, ਇਹ ਸਾਡਾ ਸਭ ਕੁਝ। ਉਦੋਂ ਇੱਕ ਗੁਰਾਂ ਨੇ ਬਚਨ ਕਿਹਾ ਜਿਹੜਾ ਆਮ ਬੰਦਾ ਨਹੀਂ ਪਕੜ ਕਰਦਾ। ਬਹੁਤ ਜਦੋਂ ਅਸੀਂ ਇਤਿਹਾਸ ਨੂੰ ਵੀ ਪੜ੍ਹਦੇ, ਮੈਂ ਕਈ ਚੀਜ਼ਾਂ ਫਿਰ ਦੁਬਾਰਾ ਪੜ੍ਹਦਾ, ਫਿਰ ਤੀਜੀ ਵਾਰ ਪੜ੍ਹਦਾ, ਫਿਰ ਕੁਛ ਨਾ ਕੁਛ ਮਿਲਦਾ। ਬਾਣੀ ਦੀ ਤੁਕ ਨੂੰ ਵੀ ਕਈ ਵਾਰੀ 5-5 ਵਾਰ ਪੜ੍ਹਦੇ, ਉਹ ਬਾਰ-ਬਾਰ ਪੜ੍ਹਨ ਨਾਲ ਵਿੱਚੋਂ ਅਰਥ ਹੋਰ ਸਪਸ਼ਟ ਹੁੰਦਾ। ਮਹਾਰਾਜ ਨੇ ਬਚਨ ਕੀਤਾ ਕਪੂਰਿਆ, ਇਹ ਜਿਹੜੇ ਸ਼ਸਤਰ ਨੇ ਨਾ, ਇਹ ਅਕਾਲ ਪੁਰਖ ਦਾ ਸਰਗੁਣ ਰੂਪ ਨੇ। ਇੱਕ ਰੂਪ ਅਸੀਂ ਧਾਰਿਆ, ਗੁਰੂ ਨਾਨਕ ਸਾਹਿਬ ਨੇ ਧਾਰਿਆ, ਆਪ ਨੂੰ ਤਾਂ ਕਹਿੰਦੇ ਨਹੀਂ ਸੀ। ਇੱਕ ਰੂਪ ਮੇਰਾ ਹੈ ਸ਼ਬਦ, ਇੱਕ ਰੂਪ ਹੈ ਸਾਡਾ ਸ਼ਸਤਰ ਨਿਰੰਕਾਰ ਜੀ ਦਾ, ਇੱਕ ਰੂਪ ਹੈ ਖਾਲਸਾ ਸਾਡਾ। ਇਸ ਕਰਕੇ ਇਹ ਸਾਡੇ ਰੂਪ ਨੇ, ਇਹ ਸਾਡਾ ਸ਼ਸਤਰ ਨਿਰੰਕਾਰ ਜੀ ਦਾ ਸਰਗੁਣ ਰੂਪ ਹੈ, ਤਾਂ ਇਹਨਾਂ ਨੂੰ ਅਸੀਂ ਨਮਸਕਾਰਾਂ ਕਰਦੇ ਹਾਂ।
सतगुरु शस्त्र लियाउण ते बहुत प्रसन्न हुंदे सी। तां ते सतगुरु महाराज सच्चे पातशाह ने हमेशा प्रकरमा नगारे दीआं प्रकरमा देखो, मैं जो कथा की इन्ने साल 1974 तो लैके मैं सुनी लगभग 80 तक, फिर आप भी की 2-3 बार पटियाले। वो सारी कथा हौली हौली एक तरह का याद बन जाती है। सतगुरु महाराज सच्चे पातशाह ने कथा दे विच भी जदों गुरु साहब आउंदे सी, जे तखत साहब ते भी सुशोभित होना, पहला आप मत्था टेकना आके। किसी ने पूछा महाराज तुसी तख्तां दे मालक हो, तुसी तख्त नूं मत्था टेकदे हो आप? कहंदे नहीं, ये साडा नहीं, ये गुरु नानक दी गद्दी है। मैं गुरु नानक दी गद्दी नूं पहलां आके मत्था टेकदा। मैनूं योग कीतो ही मैनूं उन्हां योग बनाया बिठाया। असीं तां अज भी उन्हां दे सिख ही हां। 9 ਸਰੂਪਾਂ ने कदे नहीं कहा असीं गुरु हाँ। तो कहते असीं गुरु नानक साहब महाराज गुरु ने, बस सतगुर तो उही ने। जदों भी सतगुरां ने कोई बचन करना, सतगुर बस मेरा सतगुर गुरु नानक साहब। गुरु नानक साहब ने जदों भी बचन किया वो कहने मेरा सतगुर निरंकार है। निरंकार जी मेरे सतगुर ने, उन्होंने मेरे ते बख्शिश की है। उन्होंने सतगुर ने, गुरु नानक साहब उन्होंने सतगुर ने, उन्होंने साढ़े सारिਆਂ ते कृपा की है। इस करके ये जिहड़े दिन ने, इन्हां दिनां दे विच जिन्नी भी बाणी पढ़ हो जाए दसम दी, गुरु ग्रंथ साहिब महाराज की, जपजी साहब के पाठ, सुखमनी साहब के, जाप साहब के पाठ हो जाण। चाचरी संत है प्रसाद गोबिंदे मुकंदे उदारे पारे, हरियं करियं निर्नामे अकामे। तो ये बेनतियां तां कीतियां भी रात थोड़े लेट हो गए करके टकाओ जिहा घट बनया। अज दा उड़ ज़्यादा सी, पर अज मैं बेनती यही की। सिंह कहते प्रसंग भी इदां सुनाओ इदां सुनाओ। मैं कहूँ टाइम ही नहीं हुंदा। जे तुहानूं किते सूरज प्रकाश की कथा इत्थे सुणावां ना जंग दी, तुसीं आखोगे भी असीं कदे सुने ही नहीं इहो जिहा कुछ। जो महाराज सच्चे पातशाह दीआं रणनीतियां सी, जो जंग लड़न दे ढंग सी। जदों श्री आनंदपुर साहब तो सतगुरु महाराज जी भभौर साहब वल गए ने, जदों सतलुज दरिया नूं पार कीता सी, जो वो जंग होया सी, उत्थों निकलण दा जो छलकां होईयां सी, जो ਸਿੰਘਾਂ ने किला बनाया सी 10वें पातशाह वास्ते लंघाउण लई, चारे पासे घेरा पिया होया सी। साध संगत तो इस तरह हुंदा जिवें शिप हुंदा, पानी वाला जहाज। ਸਿੰਘ ऐ खड़े से इत्थों लैके इदां फिर इदां इदां फिर इदां एक जहाज़ बना के विचाले 10वें पातशाह घोड़े ते सी। तोपां वालिआं नूं कहा सी कवरिंग फायर दो सानूं। वो इन्ना जंग सी ऐसा कि जिन्ने मेरे मगर पटियाले ज़्यादातर मुलाजम ज़्यादा ने, उत्थे कॉलेज ज़्यादा ने, तो महकमे बड़े ने पटियाले च। सारे बजुर्ग पुलिस जी पुलिस के जिन्ने मुलाजम ने वो फिर बजुर्ग जो होते उत्थे कथा सुनते बह के। जिदन वो कथा हुई तो सारे मुलाजम कहते बाबा जी अज तो साढ़े भी डौले फरक गए। मैं तो साढ़े भी हथ हुंदा ना कोई हथियार, असीं भी जंग जाते महाराज नाल। मैं कहा जंग चीज़ ही ऐसी है, ऐसा सुंदर इतिहास सतगुरां ने रचिया। और कवि जी की ऐसी लेखनी है, ऐसी कविता लिखते हैं, बस कोई उहो जी कविता लिख ही नहीं सकता। इस करके सतगुरु महाराज सच्चे पातशाह ने श्री आनंदपुर साहब का आपां रात भी विचार की सी। सारी विचार नहीं हो सकती, सारी विचार तो बहुत डूंघी है। कथा करते 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 कई महीने चाहिए इन्होंने। चारे पासे घेरा पिया होया सी। जदों सौहां चुकण वास्ते आए, कुरान शरीफ लैके आए, वो अपना सारा दूजे अपने धार्मिक समग्री लैके आए, सौहां खा रहे ने। एक तो चीज़ ये हुंदी भी जिमें बहुत सारिया गल्लां ने, जिमें अजकल पढ़े लिखे लोग, शहर के लोगों के पिंड के लोगों बहुत फर्क हुंदा। जिहड़े पढ़े लिखे ने हुण शहर विच इन्हां दा अलग फर्क है। जिहड़े पुराने बंदे ने अज तो
कोई 100 साल पुरानी माई लभो, 90 साल पुरानी, वो बेचारे भोले भाले सीधे साधे ने। माता जी ने कहना बेटा देखो सौहां तो खा रहे ने, सौं खा रहे पुत्त, वो कुछ कहते थोड़ी आपां नूं, आपां उन्हां नूं आपां चलदे हां इत्थों। महाराज हस पे, कहते माता तुसीं भोले हो, ये झूठ बोलते सब। ना ना बेटा ये तो इन्नियां सौहां खा रहे ने, इन्हां ने तां आपां नूं कुछ भी नहीं कहना है। कहते माता जी कहते मैं सुनिया सी तुसीं तां इधर गल करदे सी, 5-7 तुरक जिहड़े वड्डे अफसर आए सी, वो कहंदे सी भी 3 दिन दे विच आपां आनंदपुर साहिब दा किला ढह ढेरी करके सब नूं खत्म कर देंगे। महाराज हस पे, कहने माता जी पढ़दे ही हो कि हुक्म है अंदर सब को, बाहर हुक्म ना कोई, नानक हुक्म है जे बुझै तां मैं कह ना कोई। कहने ਉਹਦੇ ते पर यकीन नहीं करते सी। ये हुक्म की खेड है माता जी, सानू कोई भी नहीं हथ ला सकता, कोई भी सानू मार नहीं सकता सिवाय अकाल पुरख तो। पर फिर भी बहुत जोर पाया, तुसी खालसे नूं इन्ना परेशान किया। आ न्याणे बेचारे देखो सिंह किन्ने दुखी ने, तुहानू करना चाहिए। बहुत सारे कहण लग पे। फिर सतगुरां ने वो दिखाया सी किन्ने गड्ढे भर के समान दे उत्ते लिशकने कपड़े पा के, फिर उन्हें हमला किया। फिर माता जी कहते ये तो बड़े भैड़े लोग है। तसल्ली आ गई माता जी हुण तुहानू। जदों पटना साहब सी महाराज जी 4 साल की उम्र 5 दी, उस वक्त सतगुरु महाराज सच्चे पातशाह एक पालकी बनाउणी सी। उधरले मसंदा नूं 700 तोड़ा सोना दिता सी भी सोने की वधिया पालकी बनाओ। माता जी ने यह कहा सी भी आपां सदा लई इत्थे रहांगे पटना साहब, भी ये सारे बड़े अच्छे ने, क्योंकि चंगे नूं सारे चंगे ही नज़र आउंदे हुंदे आ। भोले बंदियां नूं सारे लगदे भी सारे ही चंगे ने। जे किसी पुरानी बुढ़ी नूं दिखाओ आ चोर है, बेबे डाकू है, पुत्त लगदा तां नहीं, बाहला भोला जिहा मूँह है इहदा तां। महाराज सच्चे पातशाह कहंदे चोर सवालिओ भी चोर बहुत सुंदर हुंदा, चोर सुंदर भी हुंदा, चोर देखण नूं बड़ा सोहना लगदा हुंदा, वो सुंदर भी है, पर शक्ल तो नहीं जाईदा हुंदा कदे किसी ते। शक्लां तो बहुत तरह दीयां हुंदियां बंदियां दीयां। इस करके महाराज सच्चे पातशाह ने गल समझा दी कि ये माता जी ये जिहड़े लोग ने बहुत धोखेबाज ने, ये सन धोखा दे जाणगे। फिर दिखा भी दिता सारा कुछ माता जी नूं। उस वक्त जदों बिल्कुल ना मन्ने भी चलो आपां चलदे हैं, सौखे हो जाएंगे, बाहर जाके प्रसादा तो छकांगे, ऐं करांगे, तो फिर सतगुरु सच्चे पातशाह ने श्री आनंदपुर साहिब का त्याग किया। 700 के करीब मन्निया जाए जे सिंह, 660 जण ने बदावा दिता तू असी तेरे सिख नहीं, तू साडा गुरु नहीं। महाराज ने कहा जे जाना बेशक जाओ, लिख के दे जाओ। जिहड़ी उन्होंने सिखां ने लिखिया सी बदावा, एक तो वो अपने खीसे च रखिया सदा लई, एक जिहड़ा पहाड़ी राजा ने लिख के दिता सी भी असीं तुहानूं कुछ नहीं कहांगे, तो उन्होंने भी लिखती दिता। गुरां ने ये 2 चीज़ां हमेशा अपनी जेब विच साਂਭ के रखियां। तो ये आपां ने कदे ये गल का ख्याल नहीं किया, क्योंकि तेज तेज पढ़ना फिर बरीकी विच पढ़ना बड़ा फर्क हुंदा। भी उन्होंने भी एक चिट्ठी दिती सी, कल भी विचार की। सरसा नदी पार होए, सरसा तक आउंदे आउंदे 125 सिंह बाकी बचिया है। मैं ध्यान नाल इस चीज़ नूं पढ़िया, 125 सिंह बचिया तो पार किया सरसा नाले काले मूँह वाले, तू कदे ना चढ़ेगा। ये उन्होंने कहा भी महाराज ने बचन पार होए तो ये पिंड पैंदे ने बूर माजरा, बामण माजरा। इधर जाते जाते रोपड़ तक महाराज सच्चे पातशाह गए। उत्थे दिल्ली के सिख जिहड़े सीगे भाई जवाहर सिंह अरोड़ा, ये भाई धन्ना सिंह होनी, भाई मनी सिंह जी, सो ये जिहड़ी बीबी सी उहदा नाम सी भागो ते एक बीबो, 2 सेवादारनियां सी। रात उत्थे महाराज सच्चे पातशाह ने कट्टी सी। माता जी हुणां ने रहे रात। उस वक्त घट नाम सुनिया होना मुमताज बीबी का, बहुत सारे ने। हुणे थोड़ा जिहा उपर सामने आया, मैं जाके आया उस इलाके दे विचों, पहाड़ी दे उत्ते गुरुद्वारा बहुत टिकाऊ है उत्थे, बहुत एकाग्रता। 100 मैं गलत ना कहा तो 136 साल की उम्र शायद लिखी है उत्थे।
136 साल की उम्र में बीबी जी ने शरीर त्यागया। उन्होंने उत्थे बह के जिथे कमरे च बंदगी की, वो कमरा भी असी जाके देखा, उत्थे प्रकाश है। ਜਿਹੜੇ ਸਿੰਘਾਂ ने सेवा संभाली है, मैं उन्होंने पूछया, मैं क्या मेरी आदत ही है, मैं अंदाजा जा ला लेना जाके, मैं ਸਿੰਘੋ कोई दिखता भी है? कहने जी कई बार झौला जा पैंदा भी बीबी जी ऐ नूं लंघे ने, हुण ऐ लंघे, क्योंकि वो सारी सेवा देख रेख विच कराई। 10वें पातशाह ने अपनी कटार ते अपने शस्त्र बख्शिश कीते सी। कोटला निहंग खां जिथे महाराज सच्चे पातशाह भाई बचित्र सिंह जी जख्मी हो गए सी, जिथे उन्होंने इलाज होया सी उन्हां दा, इस करके वो थां दे उत्ते संगत जांदी नहीं है। बहुत सारे लोग कहते सी पहाड़ां 'च घूमण जाना, वो बीबी जी दे स्थान ते भी जाके आओ। धन है, उन्होंने सारी जिंदगी जत सत रखिया। उस वक्त महाराज ने सिर ते हथ रख के कपाट खोलते, और उत्थे हुण भी बहुत सारा कुछ रहिंदा। जिहड़े उत्थे सिंह सेवा करते उन्होंने मैनूं दस्सिया सी ये चीज़ कि हाँ, रात नूं असीं डरदे थोड़े जे बाहर घट आउणे आ, क्योंकि रात नूं कई बार इत्थे सिंह कोई ऐ लंघ जांदा, कोई इधर लंघ जांदा। मैं कहा कोई नहीं, ये पहरे वाले आ, तुसीं तां पहरा घट दिंदे हो, पहरा जा दिंदे। पर उन्होंने मैनूं एक गल दसी, कहने आ लागे पिछले पासे एक पिंड है, पिंड का नाम तो भुल गया क्योंकि याद आदत होना ही जी हुई है, काफ़ी चीज़ां भुल जांदियां। वो जदों कहंदे जी पिंड देखण गए ना असीं, पिंड तो हुण बर्बाद हो चुक्या, कि उत्थे उत्थे ने मुसलमानां दी कबरां गया जिहड़े 11-11 फुट लंबियां कबरां ने। मैं कहा जिहड़े गिलजे पठान सी ना, ये सारे इन्ने इन्ने लम्मे हुंदे सी। ਪਹਿਲਾਂ ਪੁਰਾਣੇ ਸਮੇਂ ਵਿੱਚ ਜਿਹੜਾ ਕੱਦ ਹੁੰਦਾ ਸੀ ਨਾ 6 6.5 7, ਹੁਣ ਮਹਾਰਾਜ 6ਵੇਂ ਪਾਤਸ਼ਾਹ ਦਾ ਕੱਦ ਵੇਖ ਲਓ ਕਿੰਨਾ ਕੱਦ ਵੱਡਾ ਸੀ ਮਹਾਰਾਜ ਦਾ। ਪੁਰਾਣੇ ਸਿੰਘਾਂ ਦੀਆਂ ਖੁਰਾਕਾਂ ਵੀ ਤਕੜੀਆਂ ਸੀ, ਕੱਦ ਵੀ ਵੱਡੇ ਵੱਡੇ ਹੁੰਦੇ ਸੀ। ਇਹ ਮੈਂ ਤਾਂ ਦੱਸ ਰਿਹਾ, ਜੇ ਅਸੀਂ ਕਦੇ ਕਹਿੰਦੇ ਵੀ ਜਦੋਂ ਸਿੰਘ ਖੜ੍ਹਦੇ ਨੇ ਆ ਕੇ 8-8 ਫੁੱਟ ਕੱਦ ਹੁੰਦੇ ਆ, 8 ਫੁੱਟ ਕੱਦ ਤਾਂ ਨੋਰਮਲ ਹੈ ਉਹਨਾਂ ਵਾਸਤੇ। खुराकां चंगियां सी, 10-10 फुट के कद भी होए आ बहुत सारे लोगों के। अज भी तुसीं आ दुबई चले जाओ, शेखां नूं जाके देखो, एडे एडे लंबे कद आ उन्हां दे, खुराकां ठीक। इस करके महाराज सच्चे पातशाह जदों उत्थे वर दिते उन्हां नूं परिवार नूं, महाराज जी ने कहा सी कि उन्हां नूं मातावां अपणियां नूं सही सलामत उत्थे लैके जाओ। पर माता गुजर कौर जी ते साहिबजादे छोटे जिहड़े सी उत्थों परिवार विछोड़े वाले पासे विछड़े सी साध संगत। उत्थे वड्डा वड्डा घाह सी, उहदे किनारे ते जिहड़ा दरिया चलदा सी, सारा दिन वो घाह दे विच लोके रहे। एक खच्चर सी, उहदे उत्ते सोना लद्दिया होया सी, सोने दी। उस वक्त गंगू ब्राह्मण ने जो रात हुई, थोड़ी जी शाम हुई, टिकट काजा होया ਤਾਂ ਲੈ ਕੇ ਜਿਹੜਾ ਪਿੰਡ ਹੈ सो दुखेड़ी कहते, वैसे हूँ 9 होर है, सिंह कहते दुखेड़ी आ। वो साहिबजादिਆਂ ਨੂੰ उत्थे लैके चलिया गया, उत्थे उन्हां दी सेवा जा करके कम्मो माश की सी। कम्मो ਉਹਦਾ शॉर्ट नेम है वैसे, कम्मो बेचारा सीगा पहला हिंदू परिवार विचों, तुरकां ने इहनूं सुन्नत करके मुसलमान, हुण जोर वो गरीब आदमी का की सी, मुसलमान बनाया। ਜਦੋਂ ਬੰਦਾ ਸਿੰਘ जी बहादुर आए तो उन्होंने कहा भी मैनू धक्के नाल बनाया, मैं बनना नहीं सी चाहता, मैनू भी अमर छकाओ। ਉਹਦਾ पूरा नाम सी फिर करम सिंह जी रखिया सी। भाई करम सिंह ने बहुत भारी जंग कीते सी। फिर ये जिहड़ा जंग होया सी श्री फतेहगढ़ साहब वाला जंग, जिहड़ा सी इत्थे चपड़चिड़ी वाले पासे जिन्ना जंग होया, तो साध संगत जी जदों ये लैके आया तो आप उस स्थान पर जरूर जाओ, कार सेवा चल रही है, देख के जिहड़ा असर पैंदा ना, वो असर इत्थों बैठे गल्लां नाल नहीं पैंदा हुंदा। जदों असीं जाके उस बिल्डिंग के दर्शन किए, उन्हां सानूं दिखाया भी ये गंगू का घर है, इत्थे साहिबजादे इत्थे बैठे सी, इत्थे आ होया सी, बड़ा गुरु घर बन रहा। तो मन के उत्ते बड़ा प्रभाव पैंदा, रोम रोम खड़ा हो जाता उत्थे जाके। तो उस वक्त साध संगत जी झूठियां तुमता ला के फिर इन्होंने शिकायत करके फौज चढ़ा लियांदी। मरिंडे किले दे विच जाके जिथे रखे सी, वो कतवाली सी उस वक्त दी।
ये तो महाराज ने कई ਸਿੰਘਾਂ ਨੂੰ ਬਖਸ਼ਿਸ਼ਾਂ ਕੀਤੀਆਂ, एक ਸਿੰਘ इकल्ला ही है, 90% सेवा कल्ले ने कराई है, सारा पत्थर लगवाया, बिल्डिंग तैयार हुई है। वो मैं क्या मैनू भी लैके चलो, एक दिन फिर मैनू भी लैके गए उत्थे साध संगत। उत्थे जाके फिर ना जो मन ते असर पैंदा, क्योंकि जिहड़े कमरे विच साहिबजादे रखे सी वो स्कूल सी पहलां, जदों अपना राज आया अंग्रेज़ों तो बाद, फिर वो स्कूल दे विच एक उत्थे फिर वो स्कूल दा पढ़िया होया बच्चा जिहड़ा घट्टो घट्ट भी 70-80 साल का होना, वो बजुर्ग आके खड़ गया, कहना मैं इस स्कूल में पढ़ता रहा, कहना साडा टीचर कहना हुंदा सी, ओए कोई शरारत ना करियो सी, कहंदे हिंदू परिवार चों, कहंदे वो शरारत ना करियो, बाबा जी छोटे इत्थे आके बैठे हुए इस कमरे दे विच, उन्हां दीयां छोटियां छोटियां गंडासियां, उन्हां दीयां इन्नियां इन्नियां किरपानां हुण भी उत्थे रखियां होईयां, देख दर्शन तो करो जाके। उत्थे सारी संगत जाके दर्शन करती है। वो दिन चेते आउंदे साध संगत भी किद्दां किद्दां इत्थे वो अस्थान उन्होंने एज इट एज उवें ही रखिया होया, उवें तरह के उत्थे रोशनदान ने, दरवाजे ने, पुराने दरवाजे ने, सारा जाके आपां नूं दर्शन करने चाहिए। जदों भी आपां श्री आनंदपुर साहब जाइए जां मरिंडे विच दी होके जाइए तो आपां नूं कतवाली साहब गुरुद्वारा साहब के जरूर दर्शन करने चाहिए ने, उत्थे काफ़ी इतिहास लिखिया होया। इस करके जदों उत्थे लिआंदे गए सी, फिर उत्थों रथ दे विच बिठा करके जदों श्री फतेहगढ़ साहब उत्थे रथ साहब गुरुद्वारा बनिया, जदों आपां जावांगे ना उत्थे नूं तां उत्थे पुछो रथ साहब गुरुद्वारा रेलवे लाइन पार करके, फतेहगढ़ साहब वाले पासे तो रेलवे लाइन पार करके रथ साहब गुरुद्वारा जिथे नाल भाई संगत सिंह का भी स्थान है, वो संगत सिंह भाई का स्थान क्यों बनया कि 10वें पातशाह ने कलगी जगह उन्होंने बख्शी सी। उस वक्त जदों गए अंदर तुरक अखीरले समय ते 8 सिंह बाकी रहिंदे सी। भाई जैता जी जिन्हां दा नाम भाई जीवन सिंह सी वो सीगे, ते एक सिंह सीगा नाल भाई काठा सिंह मदन सिंह का नाम लिया सी मैं रात। तो इन्हां दियां जी ड्यूटियां लगियां सी, एक दी नगारा बजाउण ते लगी सी, एक दी ड्यूटी तीर चलाउण ते लगी सी। सतगुरु जी अपने तीर दे सारे जिन्ने भी पत्थे सन भरे हुए सारे दे आए सी भाई संगत सिंह नूं भी तू एक एक करके चलाउणा है, एक छड़ता फिर बैठा रहा, फिर तू गोली चलाउणी है एक, फिर तो इदा कर 8 जाने सी। तुरकां ने रात नूं हमला करता भी हुण तां थोड़े ही होने अंदर। ज्यों ही अंदर प्रवेश होए साध संगत तुरकां नूं सारिआं नूं ਸਿੰਘਾਂ ने उत्थे सुलाता, सदा दी नींद सवाया। तां सवेरे जदों उन्हां दे ये वजीद खां होणी इहने काफ़ी जरनैलां दे नाम मैं पढ़े आ, कई बार तो जीव नहीं करता नाम लैण नूं, पर फिर भी याद करने पैंदे। काफ़ी जरनैल उन्हां दे काफ़ी अपने सिंह, भाई देवा सिंह, टहल सिंह, राम सिंह, ईश्वर सिंह, फतेह सिंह, ये 5 मुक्ते जिहड़े ये भी उत्थे शहीद होए। ये जिहड़े 5 मुक्ते सी, जे आपां इन्हां बारे जाण लईए कौन ने, जदों 10वें पातशाह महाराज जी ने 5 प्यारिਆਂ ਦੇ ਸੀਸ लए, सरजीत कीते, जदों सरजीत हो गए, बख्शिशां हो गईयां, सिंह एकदम पछताए बड़े भी ओह गलती हो गई। एकदम 5 सिख उठ के खड़े हुए सी, महाराज जी साडा भी सीस हाजरा, सानू गलती की माफ़ी दे दो, असीं मोह करके शरीर का परिवार का। सतगुरु ने फिर भी अपने बच्चे जान के ऐ कहा, प्रवान है, 5 का सीस प्रवान है, तुसीं अज तो साडे 5 मुक्ते हो, मेरे 5 प्यारे है, इन्हां दे भी निशान साहब चलिया करनगे। जदों तुसीं नगर कीर्तन विच जांदे हो, मूहरे 5 निशान साहब, 5 मुक्तियां दे ही चलदे हुंदे आ। बहुत लोगों को यह हुंदा भी शायद वैसे ही निशान साहब लई जांदे ने, वो 5 राम सिंह, देवा सिंह, टहल सिंह, ईसर सिंह, फतेह सिंह दे वो 5 सिंह भी उत्थे शहीद होए सी। जदों भी कदे जाओ ना श्री चमकौर साहब, उत्थे वो 9 लिखे हुए ने सारे सिंघां दे, किहड़े किहड़े सिंह शहीद होए ने, वो सिर्फ 9 ही पढ़िया आया करो। काली काली देख कराई, जोड़ा जामा फिर देख कराओ, भजो 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 भजो, ऐदा नहीं करी जांदा।
ਹੁਣ ਤਾਂ सुख नाल मोबाइल ने फोटो ही खिंच लियाओ, घरे बह के आके पढ़ लो। जे तुसी रोज़ वो 40 के 9 पढ़ोगे भारी पुन लगूगा थानू। धन धन 5 प्यारे 9, गुरां दे 9, 10 दे 4 साहिबजादे 9 रोज़ लिया करो। साध संगत कुर्बानी वाले जिन्हां दीयां कमाईयां ने उन्हां दा सिर्फ 9 लैण नाल ही कृपा हो जाती। 10वें पातशाह ने श्री सरबलोक प्रकाश विच लिखिया होया कि जे कोई 10 गुरां दा नाम लवेगा भारी पुन लगेगा उन्होंने। ये कथा नूं सुन सुन के बहुत सारी संगत गुरां दी एक माला फेरदी है। जिवें गुरु ग्रंथ साहिब तक 11 सतगुरां दा नाम लैके एक मणका अगे करना, फिर 11 नाम लैके फिर एक मणका अगे करना। वो कहने वाकई सानू प्राप्ति हुई, जो मंगया सो मिलिया। ये चीज़ां जदों इतिहास पढ़ते हैं तो मेरे अखां सामने फिर चीज़ घूमती है। लोग कहते निशान साहब नूं ना नमस्कार करो, इनू धोवो ना, ऐ ना करो, आ ना करो, बहुत गल्लां बोलते। पर साध संगत तुसीं देखो इन्ने देश ने 240 के करीब देश होने हैं वड्डे, छोटे मोटे तक काफ़ी है। तुसीं किसी देश का झंडा साड़ो पाड़ो, देखो सज़ा कितनी हुंदी। फिर तुसीं झंडे का सत्कार ना करो, क्योंकि झंडा एक खड़ा करन लई करोड़ां शहीदियां हुंदियां देश दियां। इस करके झंडे नूं हमेशा सलूट किया जाता। जिहड़ा साडा निशान साहब खड़ा है, झूल ते निशान रहे पंथ महाराज के। असीं कल्ले निशान साहब नूं जां पत्थर नूं मत्था नहीं टेकदे, उत्ते खंडा भी लग्या होया, उत्ते तीर भी लग्या होया है। असीं शस्त्र नूं भी मत्था टेकदे हैं। असीं उन्हां लखां करोड़ां शहीदां नूं नमस्कार करदे हैं कि शहीदो ਸਿੰਘੋ तुहानूं नमस्कार है। कोई सिंह सीगा गुरुद्वारा दुखनिवारण साहब श्रोमणी कमेटी का मुलाजम, 43 साल उन्हें नौकरी उत्थे कीती, मैं भी कीती है। मैं उस थां दे उत्ते पटियाले 1987 तो 2004 तक सिर इधर दरबार साहब कुल मेरी ड्यूटी मेरा ख्याल 25 साल है, 1.5-2 साल नहीं विच कीती। वो सिंह ने मैनू, मैं कथा करके बाहर आना, आ रौले तो होने पे ने शहीदों बारे। उन्हें मैनू बाहर आउंदे नूं कहना, एक दिन कहंदा ज्ञानी जी आ ना सुनाया करो, शहीदों वालियां गल्लां तुसीं करदे हो, कल लोग इतराज़ करते हैं। मैं चलो ठीक आ, आपां नहीं करते। मैं USA चलिया गया, उदों बाद मेरी बाहर महाराज ने ड्यूटी लाती। 14 साल मैं बाहर घूमता रहा, सारे देशों च गया। जदों मैं वापस आया उतो रिकॉर्डिंग करके कथा दी, मैं मत्था टेक के आ गुरु ग्रंथ साहिब में। जदों मैं निकलिया उतो सामने ही बैठा हुंदा सी, उत्थे कमरे विच पाठ बुक करदा सी। वो भज के बाहर आया, कहंदा आ जाओ आ जाओ आ जाओ। मैं हाँ जी दसो, इत्थे बैठो इत्थे बैठो, महापुरुषो बैठो इत्थे। मैं की होया? मैनू कहंदा हैगे आ। मैं की? कहना जिन्हां नूं मैं कहा सी तुसीं ना, कहंदा हैगे आ। मैं कहा किद्दां होई गल? कहंदा मैं 1 वजे सवेरे जदों आउणा ना, इत्थे सफाई कराउणा प्रकाश कराउणा हुंदा, कहना मैं निशान साहब दे कोल दी लंघिया जावां ते बड़े लंबे लंबे सिंह कद्दां वाले जकारे छड्डी जाण ते प्रकाश। पहला मैं लंघ गया, ਜਿਹੜੇ ਬੰਦੇ ਨੇ ਕਦੇ ਕੋਈ ਦੇਖਿਆ ਨਾ ਹੋਵੇ ਉਹ ਯਕੀਨ ਹੀ ਨਹੀਂ ਕਰਦਾ। ਕਹਿੰਦਾ ਮੈਂ ਫੇਰ ਮੁੜ ਆਇਆ, ਕਹਿੰਦਾ ਉਹਨਾਂ ਨੇ ਐਡੀਆਂ ਐਡੀਆਂ ਅੱਖਾਂ ਮੇਰੇ ਵੱਲ ਐ ਘੂਰ ਘੂਰ ਦੇਖਣ ਵਾਲੇ ਜਕਾਰੇ ਛੱਡਣ। ਕਹਿੰਦਾ ਸੱਚੀ ਗੱਲ ਆ ਗਿਆਨੀ ਜੀ, ਮੇਰੇ ਲੱਤਾਂ ਕੰਬਣ ਲੱਗ ਗਈਆਂ। ਮੈਂ ਕਿਹਾ ਹੁਣ ਕਿੱਦਾਂ? ਕਹਿੰਦਾ ਹੁਣ ਹਰ ਰੋਜ਼ ਆਸ਼ੀਰਵਾਦ ਦਿੰਦੇ ਆ, ਹੁਣ ਮੈਨੂੰ ਦਿਖਦੇ ਵੀ ਆ, ਹੁਣ ਵੀ ਹੈਗਾ ਉਹ। ਪਰ ਮੈਨੂੰ ਉਹ ਕਹਿੰਦਾ ਕਦੇ ਮੇਰਾ ਤੁਸੀਂ ਨਾਂ ਨਾ ਲਿਓ ਸਟੇਜ 'ਤੇ, ਐਂ ਕਰਿਆ ਕਰੋ, ਮੇਰਾ ਕੰਮ ਕਿਤੇ ਖਰਾਬ ਨਾ ਹੋ ਜਾਏ ਸਾਰਾ। इस करके साध संगत निशान साहब के कोल हर वक्त पहरा हुंदा फौजां दा। कदे निशान साहब कोल जुत्ती नहीं लैके जानी, कदे मलीन अवस्था में नहीं जा, मैदान जाके लैटरन जाके, जां 5-4 दिन जेडे माड़े हुंदे ने बीबियां दे, उन्हां दिनां निशान साहब के कोल नहीं जाना, नमस्कार नहीं करनी, दूरों कर दो। इन्हां चीज़ों का ध्यान रखो। तां ते साध संगत जी, मैं जदों केसरी चंद का सिर वड्ढिया ना भाई उदय सिंह ने, उस समय की गल मैं कथा कर रहा सी, तां इन्नी कटाबड़ी हुई पहाड़ी राजां दे नाल, ते वो सिंह जिहड़ा सीगा निशान साहब वाला, उहदे तीर वज्जिया तो इदां डिग्गण लग्या। निशान साहब डिग चलिया,
एक सिंह ने भज के जाके निशान साहब फड़ के खड़ा करता। जदों निशान साहब डिग पिया तो मतलब कि फौज हार गई। निशान साडा सदा ही खड़ा रहे, झूलते निशान रहे पंथ महाराज के। जंग विच हमेशा निशान साहब अगे तुरदा है, नगारा बजदा जांदा है। जे निशान ही डिग पिया तो साडा कुछ भी नहीं रहा। फिर निशान साहब आ पिछे जे एक मुहिम चली सी, कहंदे 51 फुट कर दो सारिਆਂ ਦੇ। मैं कहा कल ਨੂੰ 2.5 फुटे ना कर दो तो आखो गुरुद्वारे 'ਚ ही रख लो। बहुत सारिया नीतियां हुंदियां भी इन्हां नूं तोड़ो, फोटोआं इन्हां दे घरां 'चों गायब कर दो जी। फोटो नूं तां खालसा मंनदा ही नहीं, मंनदा तां नहीं, साडा भी दिमाग काम करदा है। तुसीं दसो फोटो लई 6वें पातशाह वेले भी एक मिस्त्री सिंह सीगे, वो कहते महाराज जी असीं आपदा चित्तर बनाउणा। कह सकदे सतगुरु भी चित्तर नहीं बनाउणा बई। अज भी बाबा बिधी चंदियां दे बाबा जी जब जाके देखो, बाबा अवतार सिंह उन्हां दे अज भी उत्थे दर्शन कराउंदे उन्हां 6वें पातशाह दे चित्तर दे। हजूर साहब अज भी उत्ते चित्तर लग्या होया जिहड़ा उस वक्त महाराज वेले दा बनिया होया। हू बहू कापी है मुगल शैली दा वैसे हो, पर सुंदर बड़ा चित्तर। जिहड़ा असली चित्तर है वो किसी मुसलमान कोले है। वैसे उदों दे प्रधान सी टौड़ा साहब, वो उस मुसलमान को गए भी सी, कहने वो सानू दे दे, तू नीलामी च लिया सस्ता भी 50,000 ले ला। कहना ठीक है जी। जदों लैन गए कहना मैं तो 1 लाख लऊँगा। कहने चल लाख ले ला। जो फिर लैन गए कहना मैं तो 2 लाख लऊँगा। ਇਹਦਾ ही रेट ਵਧਾਈ गया। इस करके ਜਿਹੜੇ सतगुरु सच्चे पातशाह ਦੇ दर्शन ने 4 तरह के दर्शन ਹੁੰਦੇ ਆ। एक ਹੁੰਦੇ ਨੇ चित्र दर्शन। जे हुण आपां भावें भी फोटो असली नहीं है 10वें पातशाह की, पर कदे किसी फोटो नूं देख के थोनों कोई होर याद आया कदे 10वें पातशाह की फोटो चाहे नहीं मैनूं पता असली, पर फोटो देख के कदे अहमद शाह अब्दाली तो नहीं याद आया, फोटो देख के कोई एक्टर तो नहीं याद आता, फोटो देख के 10वें पातशाह ही याद आते ने। बच्चे पूछणगे कल नूं तुहाडे भी बाबा जी कहे जे सी, बाबा दीप सिंह जी कहे जे सी। कहने घरां चों मालवे के खेतर में सारिया फोटोआं घरां चों लहातियां। कहने वो इस करके कि बाबा जी की एक फोटो जिहदे तली ते सीस रखिया, कहते ये फोटो घरे ना लाओ ताकि बच्चों चो जज्बा खत्म हो जाए। तो असीं हौली हौली कहांगे हाँ महाराज ने तो बाबा दीप सिंह ने तो सीस लत्था ही नहीं है। आपां हैगे अजकल सरीरक सुख नूं देखण वाले, आपां हैगे आ सरीरक बंदे, आत्मक बंदे आपां कदे देखे नहीं। जिहड़ा आत्मक जीवन नूं जिउंदा उहदां दीयां गल्लां निरालियां हुंदियां। जिहड़े सरीरक सुख नूं जिउंदे ने, ताइयों 9वें पातशाह नूं औरंगजेब ने कहा सी कि ये शरीर इन्ना वधिया मानस देही मिली है, इहदे आनंद लो, आ भोग भोगो, आ मौजां करो, आ खाओ पीओ, क्यों मरदे हो। महाराज ने ताइयों कहा सी शरीर इन्ना अमोलक है, पर इहदे नालों 100 गुणा वध धर्म उपर है। जे धर्म ना रहा शरीर कला की करना। इस करके असी धर्म नहीं छड्डना, शरीर छड्ड देंगे। 9वें पातशाह ने एक उदाहरण दी इस गल की। उन्हें कहा सी जां तां मुसलमान बनो, जां शहीदी पाओ, जां करामात दिखाओ। इस करके आप इस गल की विचार करनी है, धर्म नूं उपर मनना। हुण सिख किधर नूं जा रहे हैं, चलो तो समा आऊगा महाराज आपे ठीक करनगे सारा कुछ। असी भी आस ला के बैठे हैं महाराज जी कदों करोगे सारा कुछ ठीक। पर यह गल की विचार सारे करो कि धर्म बहुत उच्ची चीज़, अमुल धर्म मुल विचार है। ये जिहड़ा है ना धर्म, बाणी अंदर कदे पढ़िया नहीं तुसीं धर्म की हुंदा। बाणी दे विच पढ़ो धर्म की है। हौली हौली ताइयों मैं कथा रिकॉर्ड की तुहाडे सारिਆਂ ਲਈ भी तुसीं कथा सुन के जानो भी हरेक गल बारे तुहानूं नॉलेज होवे। तां ते सारियां संगतां देखो महाराज सच्चे पातशाह जदों लड़दे 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 उत्थे तक आए, मातावां उधर नूं आ गईआं, साहिबजादे उधर पहुँच गए, छोटे साहिबजादे इधर आ गए, परिवार विछोड़ा हो गया। बहुत आपस विच विचार होई। कहने नवाबियाँ दे देंगे, ढेर ला देंगे, मोहरां दे ढेर लाते, पर साहिबजादे ने ईन नहीं मनी।
शहीद कर दिते गए। धर्म प्रति प्रेम दिखाउंदियां होइयां शहीदियां पाईयां उन्होंने। प्रशासन हरेक भूती आ उत्थे जेब च हैगियां, तू ये लै ला जाके मत्था टेक। वो किते भज्जन जोगा रहा ना। ये इतिहास विच पढ़ रहा सी भी महाराज कोल आके कहंदा महाराज ये मेरा भरा आ, ये जिहड़ी हवेली आ साडे दो हिस्से ने आ भरावां दे, अद्धा मेरा हिस्सा अद्धा इहदा, परे दब के बैठा। जाओ मैं बेनती करदा भी जिहड़ा मेरा हिस्सा वो तुसीं लै लो। मालक ने कहता, महाराज कहना ठीक आ भी सिंघो फड़ो इहनूं। वो फड़ के दूजा मालक वो भी अंदर वाड़ लिया। कहना महाराज जे दरवाज़ा नहीं खोलूगा तो मेरा उधरले पासे दी दरवाज़ा, वो जिधर हुण ड्यूटी दसी तुहानूं कल दस्सिया ही ना, भाई काठा सिंह होना दी जिथे शहीदी हुई सी उधर, उत्थे वो पहरे दे भाई मदन सिंह काठा सिंह होनी रहे ने, या उन्हां दे उत्ते भी ड्यूटी लगी रही। बाद विच शायद बहुत सारे इतिहास के विचार भी करनी पैंदी है। तो उस वक्त फिर सतगुरु महाराज सच्चे पातशाह ने गढ़ी दे विच वड़ के 8 ਸਿੰਘਾਂ ਨੂੰ चार ਜਿਹੜੇ चार दीवारां ਹੁੰਦੀਆਂ मोर्चे विच उपर 8 चारे पासे सिंह बिठाए सी। फिर बाकी सिंह सच्चे पातशाह सेवा विच रहे, रात नूं पहरा पूरा मोर्चा ला के केवल 10वें पातशाह ते साहिबजादियां दोनों वड्डियां ने आराम कीता सी। कहंदे इन्हां नूं जागदियां नूं किन्ने दिन हो गए, आराम ही नहीं किया महाराज ने। कहने सिंह तो विचों आराम कर लेंदे सी पर महाराज ने नहीं किया, साहिबजादे ने आराम नहीं किया। इस करके साहिबजादे नूं आराम करन दो। सवेर तक कहलूरिया राजा आया, उत्थे वजीद खां आया, और सारे आके कहन लगे किन्ने क सिख आए रात इत्थे। पिंड वाले कहंदे जी 40 कि तां दिने आए ने, रात नूं पता नहीं काफ़ी सिंह आए रात नूं फिर घोड़ियां ते। कहंदे पता ही नहीं किन्ने क आए हुए ने, कोई हिसाब। कहंदी ये कित्थों आ गए रात नूं? वो हुंदे दूजी फौज आ, क्योंकि वो तो जदों हुक्म हो जाता वो तो जिथे पहुँचना पहुँच ही जाना। रब करे तुहानूं सारिआं नूं दिखण और तुहानूं पता लगे भी वो हुंदे की है। नज़ारा आ जाए वैसे, एक बार तुहानूं दिखण ना तुसीं, मैं कहना पाकिस्तान की हद टप जाओगे। इन्ना डर लगता हुंदा उन्हां तो जदों खड़दे ने आके, उदों पता लगता भी ये कौन। वो 40 सिंह जिन्हां ने जंग कीता है, उन्हां नाल फिर एक सिंह दे नाल किन्नी होर फौज नाल लड़ी है। ये कल्ले महाराज सच्चे पातशाह ने ताकतां तुहानूं दसदे हैं भी किस तरह सतगुरां ने जंग कीता। लोग उदां ठीक आ बोली जांदे, असीं कहने चल कोई नहीं, ये निआणा है, मूर्खे नाल ना लुझीए, इन्हां की लुझना। कदे ना कदे तो यह राह ते आ ही जाऊ, नहीं भी आऊगा तो शरीर छड्डण तो बाद तो राह ते आ ही जाना। सारा कुछ उदों देख ही जाना, फिर शरीर छड्डण तो बाद दिखना। जिहड़े कहंदे आ है नहीं ऐ नहीं हैगे ऐ नहीं, ये शरीर छड्डण तो बाद सारा कुछ ही तुहानूं जवाब मिल जाने। इस करके वो जो शहीद सिंह उत्थे आए, प्रबंध सारा होया, इधरों जंग की तैयारी हुई। महाराज सच्चे पातशाह ने उस वक्त साध संगत जी, भाई दया सिंह, भाई धर्म सिंह जी तो महाराज को रहे, भाई हिम्मत सिंह जी उस वक्त 20 सिंह लैके फिर जंग में निकले। ढाल हथियारों के नाल लैस होके जदों जंग में निकले, पहला 20 का जथा जिहड़ा निकलिया सी, वजीद खां ते सारे वड्डे जिहड़े जरनैल सी, वो कहने देखो रात भी तुहानूं दस्सिया सी भी उन्होंने कहा भी कल्ला कल्ला सिंह आया, अपनी गिणती 20 लाख के करीब है सारियां दी। चलो 10 लाख उन्हां दी है, 6 उन्हां दी है, 4 लाख लुटेरा आया सी उत्थे। अपनी गिणती इन्नी है पर कोई तीर गोली नहीं चलाऊगा। हाँ उन्होंने ये कहा भी जिन्हें अच्छी तरह पैंतड़ेबाजी सीखी हुई है, गतका सीखिया होया, कल्ले नाल कल्ला लड़ो बस। 20 बंदे जेड़े दूजे बंदे सी दूजी तरह दे, वो डर के पिछे हट गए सी सारे, कहते असी नहीं लड़ सकते इन्हां नाल। वो कहन लगे, कहने बंदे तो 40 ने ये उस वक्त आपस गल्लां करते ने, कहते बंदे 40 ने, इन्हां ने तो साडे उत्थे आहू लाते श्री आनंदपुर साहब के किले विच, ये तो हुण कच्ची गढ़ी विच साडे नाल ये तो
तौबा तौबा ही है बस। सो एक वजीद खां दे नाल मलेरकोटलिया सी, वो होर सीगा एक कोटलिया, वो कहन लग्या भी ये तो कोई फरिश्ता है, फरिश्ता ਇਹਦੇ ਵਿੱਚ ਤਾਂ ਤਾਕਤ ਹੀ बड़ी है, ये तो ਆਪਾਂ ਨੂੰ ਸਾਰਿਆਂ ਨੂੰ ਖਤਮ ਕਰ ਦੇਣਾ ਨੇ। पर वजीद खां से थोड़ा जिहा कट्टड़, ਉਹਨੇ ਉਹਨੂੰ ਕਿੱਦਾਂ ਦੀ ਗੱਲ ਕਹੀ ਪਤਾ, ਕਹਿੰਦਾ जनाब ਤੁਸੀਂ ਤਾਂ ਐਡੇ ਵੱਡੇ नवाब, ਐਡੀ ਵੱਡੀ ਤੁਹਾਡੀ फौज, ਤੁਹਾਡੇ ਤੋਂ ਤਾਂ फरिश्ते भी डरदे आ। ਕਹਿੰਦੇ ਉਹ फुल गया बैठा ही, अच्छा फरिश्ते भी डरदे मैथों। इस करके साध संगत जो जंग हुई, सतगुरु महाराज ने भी तीर चलाए बहुत। तीर जिन्ना पिछे नूं खिंच के छड्डीए उन्ने ही बंदियां चों लंघ जाता। गुरु साहब की एक ताकत है, जदों असीं कथा करते हैं 6वें पातशाह वेले भी 10वें वेले भी 4 5 6 7 तक सहजे ही महाराज एक तीर नाल तुरक मार दिंदे सी, क्योंकि इन्ना ढेर तुरकां दा खड़ा एक तीर 6 6 7 7 विच दी पार हो जाता सी। आपां पुराना इतिहास सुणदे हैं, कहंदे रामचंद्र जी ने ताड़ दे दरख्त एक तीर मार के 7 दरख्त डेगते सी। कि सतगुरु नहीं कर सकते जो सर्वकला समर्थ ने? उन्होंने तीर चला चला के किन्ने दोखी मारे तो ਸਿੰਘਾਂ ਦੇ जंग ਹੁੰਦੇ रहे। शाम तक सतगुरु महाराज उपरों गोली चलाते, कदे तीर चलाते, देखते रहे, खुश होंदे रहे, जकारे छड़ते रहे सिंह। बड़े तुरक उन्होंने मारे। बाद विच सारे कहते ये तो मरना ही नहीं इदा। तो फिर इकट्ठे होकर सारे ने वार किया, साध संगत फिर वो शहीद किए सी सारे सिंह। फिर बाबा अजीत सिंह की वारी आई, महाराज मैनू आग्या बख्शो। भाई हिम्मत सिंह जी के नाल होर 10 सिंह दे के उन्हों दे विचों ये जिहड़े आपां मुक्ते दसे ने, भाई देवा सिंह टहल सिंह पहले जथे च आए सी, और भाई आलम सिंह आए सी नाल, किन्ने सियाणे सियाणे सिंह। ये सब के नाम मैं कोशिश करदा मैं याद करा। भाई आलम सिंह हुणी आए, उन्होंने जत्थियां विच सारे 10 के करीब सिंह आए। महाराज नूं मत्था टेकिया, अरदास की, थापड़ा लिया। बाद जदों जंग के मैदान में निकले ने, कदे बिजली लिशकदी देखी होवे, बदलों की कड़ 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 करदी, इस तरह बिजली दे वांगू आए ने। कहा होया सी पहलां ही भी हमला नहीं करना, एक दे नाल एक लड़ो। बाबा जी ने तो आहू लाते, वो तो 10 10 20 20 इकट्ठे ही आउंदे सी, डकरे कर दिंदे सी उन्हां दे। जदों 20 ਸਿੰਘਾਂ दे नाल पहला जंग होया सी, उस वक्त शाम नूं कहंदे इन्हां दे उत्ते हुण तकड़ा हल्ला कर दो सारे रल के। ਗਿਆਨੀ ਗਿਆਨ ਸਿੰਘ जी लिखते हैं, कहंदे जिवें जवार बढ़दा ना जट, कहंदे फिर जवार वांगू ਵੱਢੇ सी। साध संगत जी बिजलियां गल्लां होर हुंदियां ने, इन्नी ताकत किन्ना ही वड्डा बंदा होवे ना। पुराने बंदे की गल करते हैं, अज तक कुछ भी नहीं है। कोई ये नहीं कह सकता कि डांग दे दो मैं 10 बंदे भजा दूंगा। कोई बिरला माँ का पुत होगा। अजकल इन्नी ताकत नहीं है। इस करके महाराज सच्चे पातशाह ने जदों उन्होंने ਸਿੰਘਾਂ ਨੂੰ बहुत कुछ सिखाया होया सी। साहिबजादिਆਂ ने भी बहुत गतका सिक्ख्या होया सी उत्थे। जदों असीं फतेहगढ़ साहब बाबा जी का मना रहे सी जन्मदिन, तो उस दिन कोई महापुरख ने कार सेवा वाले उन्होंने मैनू फोटो भेजी। मैं कहा वो ये चेता ही नहीं सानू। उन्होंने श्री आनंदपुर साहब मैनू फोटो भेज के लिखिया, उत्थे लिखिया भी बोर्ड के उत्ते भी इत्थे बाबा जुझार सिंह, बाबा जोरावर सिंह, बाबा फतेह सिंह का जन्म इत्थे होया। मैं कहा उत्थे कोई भी नहीं फुल लाया, भी अगले साल भी उत्थे भी आपां नूं फुल लाउणे चाहिए, जाना चाहिए। तो उस स्थान के उत्ते साध संगत जी जिथे साहिबजादे गतका खेडते रहे ने, सिखते रहे ने, भाई लाहौरा सिंह हुणी, सारे सिंह पुरातन। जदों आपां श्री तखत साहब नूं चढ़दे हैं, पौड़ियां सज्जे पासे जोड़े घर दे उपरले पासे परले पासे देखो कि गुरु घर बनिया, उत्थे साहिबजादिਆਂ ने गतका सिक्ख्या सी। उन्हां दे खिडावे भी सीगे, उन्हां नूं खिडाउण वाले। सो 10वें पातशाह महाराज बारे भी लिखिया, किन्ना किन्ना तो फारसी सीखी, किन्ना किन्ना तो उन्होंने मुहम्मद बख्श तो महाराज सच्चे पातशाह ने भी। सो ये सारी घोड़ विद्या, दूसरी विद्या, शस्त्र विद्या भी सीखी है। तो एक सैयद खान सी, उहदे तो सतगुरु ने फारसी पढ़ी सी। ये सैयद खान कदों काम आया दोबारा, जदों सतगुरु उच्च दे पीर बने।
ਜਦੋਂ ਮਹਾਰਾਜ ਉੱਚਦੇ ਪੀਰ ਵੀ ਕਿਵੇਂ ਬਣੇ। ਹੁਣ ਸਾਰੀ ਜੰਗ ਪਾਰ ਕਰਨ ਤੋਂ ਬਾਅਦ ਜਦੋਂ ਸਤਿਗੁਰੂ ਮਹਾਰਾਜ ਕੋਲ ਪੰਜ ਸਿੰਘਾਂ ਨੇ ਬੇਨਤੀ ਕੀਤੀ, ਜਦੋਂ ਸਾਰੇ ਸ਼ਹੀਦ ਹੋ ਗਏ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਸੰਤ ਸਿੰਘ ਜੀ, ਕਹਿੰਦੇ ਮਹਾਰਾਜ ਜੀ ਹੋਰ ਸਾਜ ਲਓਗੇ ਪੰਥ, ਆਪ ਜੀ ਸਾਡੀ ਬੇਨਤੀ ਪ੍ਰਵਾਨ ਕਰੋ, ਆਪ ਜੀ ਚਲੇ ਜਾਓ, ਨਿਕਲ ਜਾਓ, ਤੁਸੀਂ ਸਮਰੱਥ ਹੋ, ਅਸੀਂ ਸ਼ਹੀਦ ਹੋ ਗਏ, ਕੋਈ ਗੱਲ ਨਹੀਂ। ਮਹਾਰਾਜ ਜੀ ਕਹਿੰਦੇ ਸਾਡੇ ਨਾਲ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਜੀ ਜਾਣਗੇ। ਉਸ ਵਕਤ ਤਿੰਨੇ ਨਿਕਲੇ, ਬਾਕੀਆਂ ਨੂੰ ਕਿਹਾ ਤੁਸੀਂ ਉੱਥੇ ਕਰਦੇ ਰਹੋ, ਆਪਣਾ ਥੋੜ੍ਹੇ ਥੋੜ੍ਹੇ ਤੀਰ ਚਲਾਉਂਦੇ ਰਹੋ, ਗੋਲੀਆਂ ਚਲਾਉਂਦੇ ਰਹੋ। ਮਹਾਰਾਜ ਨੇ ਜਦੋਂ ਇਹ ਵੀ ਦੱਸਿਆ ਸੀ ਵੀ ਆ ਤਾਰੇ ਦੀ ਸੇਧ ਵਿੱਚ ਆਉਣਾ। ਜਦੋਂ ਮਹਾਰਾਜ ਜੀ ਰਾਤ ਨੂੰ ਥੋੜ੍ਹਾ ਸਮਾਂ ਰਹਿੰਦਾ ਬਿਰਾਜਮਾਨ ਹੋਏ, ਥੋੜ੍ਹੀ ਰਾਤ ਸੀ ਉਸ ਵਕਤ, ਤਾਂ ਉਸ ਵਕਤ ਭਾਈ ਮਾਨ ਸਿੰਘ ਨੇ ਆ ਕੇ ਦਰਸ਼ਨ ਕੀਤੇ ਸੀ। ਗੁਲਤਰਾਣ ਚਮਕਦਾ ਸੀ, ਦੱਬੇ ਪੈਰ ਆਇਆ, ਪਰ ਮਹਾਰਾਜ ਸੁਚੇਤ ਬੜੇ ਸੀ। ਇੱਕ ਗ੍ਰੰਥ ਵਿੱਚ ਲਿਖਿਆ ਧਨਖ ਮਾਨ ਸੰਭਾਲਿਆ ਇੱਕਦਮ, ਇੱਕ ਗ੍ਰੰਥ ਵਿੱਚ ਸ੍ਰੀ ਸਾਹਿਬ ਚੱਕ ਲਈ ਮਹਾਰਾਜ ਨੇ। ਉਹਨਾਂ ਨੇ ਆ ਕੇ ਭਾਈ ਮਾਨ ਸਿੰਘ ਨੇ ਮਹਾਰਾਜ ਦੇ ਚਰਨ ਐਂ ਦੱਬਣੇ ਸ਼ੁਰੂ ਕਰ ਦਿੱਤੇ ਸੀ। ਦੋਖੀ ਤਾਂ ਵਾਰ ਹੀ ਕਰੂਗਾ। ਮਹਾਰਾਜ ਹੱਸ ਪਏ ਦੇਖ ਕੇ, ਕਹਿੰਦੇ ਲੱਭ ਲਿਆ, ਕਹਿੰਦੇ ਆ ਗਏ ਮਹਾਰਾਜ ਜੀ। ਭਾਈ ਦਇਆ ਸਾਹਿਬ ਨੂੰ ਇਸ਼ਾਰਾ ਕੀਤਾ, ਆ ਜਾਓ, ਮਿਲ ਗਏ। ਸਤਿਗੁਰੂ ਕਹਿੰਦੇ ਵੀ ਸਾਤੋਂ ਤਾਂ ਤੁਰਿਆ ਨਹੀਂ ਜਾਂਦਾ, ਹੁਣ ਇੰਨੇ ਕੰਡੇ ਚਰਨਾਂ ਦੇ ਵਿੱਚ ਲੱਗ ਚੁੱਕੇ ਆ, ਇੰਨੇ ਛਾਲੇ ਹੋ ਚੁੱਕੇ ਆ, ਅਸੀਂ ਸੁਚੇਤੇ ਜਾਣਾ। ਰਾਤ ਵੀ ਤੁਹਾਨੂੰ ਦੱਸਿਆ ਸੀ, ਲਘੂ ਸ਼ੰਕਾ ਚੇਤ। ਕਹਿੰਦੇ ਮਹਾਰਾਜ ਗੱਲ ਹੀ ਕੋਈ ਨਹੀਂ। ਦੇਖੋ ਕਿੰਨੇ ਕਰਮਾਂ ਵਾਲੇ ਭਾਈ ਮਾਨ ਸਿੰਘ ਜੀ, ਸਤਿਗੁਰਾਂ ਨੂੰ ਘਨੇੜੇ ਚੱਕ ਲਿਆ ਇੱਦਾਂ ਬੱਚੇ ਵਾਂਗੂ, ਪਰੇ ਲੈ ਗਏ। ਖੂਹ ਚੱਲਦਾ ਸੀ ਉੱਥੇ ਹੀ ਫਿਰ ਗੁਲਾਬਾ ਮਸੰਦ ਆਇਆ ਸੀ ਨਾ, ਭਾਈ ਮਨ ਜੇ ਗੰਨੀ ਖਾਂ, ਨਬੀ ਖਾਂ ਉੱਥੇ ਆਏ ਫਿਰ ਬਾਅਦ ਵਿੱਚ। ਭਾਈ ਮਾਨ ਸਿੰਘ ਹੁਣ ਜੰਗਾਂ ਯੁੱਧਾਂ ਵਿੱਚ ਦਸਤਾਰ ਕਿੰਨੀ ਮਰਜ਼ੀ ਹੋਵੇ, ਇੰਨਾ ਜੰਗ ਕਰਦੇ ਕਰਦੇ ਦਸਤਾਰ ਇਸ ਤਰ੍ਹਾਂ ਦੀ ਹੋਰ ਤਰ੍ਹਾਂ ਦੀ ਹੋਈ ਪਈ ਸੀ। ਹੱਸ ਕੇ ਕਹਿੰਦੇ ਤੇਰਾ ਵੀ ਦਲ ਚੱਲੂਗਾ ਇੱਦਾਂ ਦੀ ਦਸਤਾਰ ਬੰਨਿਆ ਕਰਨਗੇ ਉਹ, ਕਿਉਂ ਗੁਰਾਂ ਦੀਆਂ ਖੁਸ਼ੀਆਂ ਹੀ ਬਹੁਤ ਹੋ ਗਈਆਂ ਸੀ। ਜਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਗਏ ਸੀ ਢਿੱਲਵਾਂ ਨਗਰ, ਉੱਥੇ ਨੀਲਾ ਬਸਤਰ ਸਾੜਿਆ, ਸਤਿਗੁਰਾਂ ਨੇ ਅੱਗ ਦੇ ਵਿੱਚ ਪਾੜ ਕੇ ਪਾੜਦੇ ਰਹੇ, ਨਾਲੇ ਪੜ੍ਹਦੇ ਨੀਲ ਬਸਤਰਲੇ ਕੱਪੜੇ ਫਾਰੇ, ਤੁਰਕ ਪਠਾਣੀ ਅਮਲ ਗਿਆ। ਕਹਿੰਦੇ ਮਹਾਰਾਜ ਰਾਮ ਰਾਏ ਨੂੰ ਤੁਸੀਂ ਕੱਢਤਾ, ਇੱਕ ਉਹਨੇ ਅੱਖਰ ਬਦਲਿਆ, ਤੁਸੀਂ ਇੰਨੀ ਪੰਕਤੀ ਬਦਲਤੀ। ਸਤਿਗੁਰੂ ਕਹਿੰਦੇ ਇੰਨੀਆਂ ਸ਼ਹੀਦੀਆਂ ਦੇਣ ਤੋਂ ਉਪਰੰਤ ਬਦਲਿਆ, ਔਰ ਬਦਲ ਕੇ ਵੀ ਦਿਖਾਇਆ। मैं ऊँ ही नहीं पढ़ती, उन्हें ऊँ ही कहता मिट्टी मुसलमान की जगह मिट्टी बेईमान की, वो तो उदा ही कहता उन्हें। तो मैं सारा सरबंध सवार के सारे सिंह शहीद करवा के फिर ये मैं कहा मिट्टी जिहड़ी ये अखर कहा नील बस्त्रले, गुरु नानक साहब ने लिखा नील बस्त्रले कपड़े पहरे तुर्क पठानी अमल किया। वो पहलिया ने कहा, इन्हों ने शहीदियाँ पवा के फिर कहा इन्ने सिंह शहीद करन तो बाद कहा नील बस्त्रले कपड़े फाड़े अग विच साड़ी जान, तुर्क पठानी अमल गया, राज नाश करता इन्हों का। तो उस वक्त साध संगत भाई मान सिंह कहते महाराज आ एक लीर मैनू भी दे दो, ये तुहाडी निशानी मैं रखांगा। महाराज कहने मैं तो दलिद्र साड़ रहा, तू नाल है। कहने नहीं महाराज मैं तो लैना ही। कहने चंगा फिर थोड़ा तो दलिद्र रहूगा ही, तुसीं आप मंग के लिया भाई। उन्होंने दस्तार दे उत्ते वो नीली वो पट्टी जी बन ली। कहने तेरी भी तेरा दल भी इदां ही बन्निया करूगा, तेरा दल चलिया करूगा। जिवें बाबा फतेह सिंह जी एक बार सज के आए सी, बड़े सुंदर माता साहब कौर ने सजाए सी साध संगत जी। उस वक्त माता जी का 1700 सन दे विच आनंद कारज होया, तो उस वक्त की गल है। तो उस वक्त जदों आए तां नूं फरला रह गया, इधर दस्तार इस तरह की बन्नी गई। सतगुरु देख के कहने जिन्हें अकाल पुरख के दर्शन करने कर लो भाई, आ स्वरूप है उन्हों का। भी कहानी उन्होंने दीवान टोडरमल जी ने पहला विछा के मोहरा मंगी थां भी संस्कार करन दो। एडा कमीना आदमी सी वजीद खां, कहना नहीं मोहरा खड़ियां करके थां बेचूंगा। अज भी वर्ल्ड का सब तो महंगा थां कहा जाता, वो इन्नी महंगी कोई थां नहीं है वर्ल्ड दे विच जिन्नी महंगी वो थां है।
जिथे साहिबजादियां दा संस्कार किया गया। इस करके साध संगत जी महाराज सच्चे पातशाह ने किरपा की अपने ते आपां नूं इन्ने इन्ने वड्डे शहीद महापुरखों की बख्शिशां कीतियां। मैं तुहानूं कल भी अपना तजर्बा दस्सिया सी भी मैं जदों जाके सिर्फ ड्यूटी टप के ही मत्था टेकिया तो एकदम जिवें हज़ारां मन भार लै गया शरीर तो। ये एक अनुभव होया मेरा। मैं सारिआं नूं दसदा भी जरूर जाया करो मत्था टेके। किसी भी इहो जिहे थां ते जाना है, कुछ कानून हुंदे ने। अरदास करके तुरना, घरों केसी इशनान करके जाना। ये हमेशा ख्याल रखो, महाराज जां फौजां जां कोई महापुरख जिहड़े उस लैन दे वल नूं चल पैंदे आ ना। हुण तुसीं घरे कदे इत्थे तक बाहां धोतीआं? तुसीं नहीं धोंदे इत्थे तक बाहां, जां तुसीं पर तुसीं कदे हॉस्पिटल जाओ, डॉक्टर देखो, डॉक्टर धोंदे ने इत्थे तक बांह। इत्थे तक भी कहंदे कोई जर्मस ना चला जाए ऑपरेशन थिएटर 'च असीं ऑपरेशन करना। ये जिहड़ी जदों बंदगी दे राह दे उत्ते राह खुलदा ना, ये उदों चीज़ां फिर देखण नूं मिलदियां। मैं तो कई बार हैरान हो जाना। मैं तो मत्था ही टेकदे है जे सिंघां नूं, कहंदे मैनूं की हुक्म आया? मैं की कहंदे? फौजां की कहंदियां? कहंदे वो सिंघा एक चादर नहीं लैनी सारी सिरे तक। कहंदे अज तू चादर इकट्ठी करती फिर खोल ली। कई बार पैरां वाला पासा सिर ते लग जांदा आके। कहंदे मारे फिर किदां करिए? कहंदे अद्धी उरे तक दी अलग रख, आ अलग रख। कहंदे इनू सवेरे ऐ ला तो इनू इधरों ला। और मैं क्या बाबा ये तो बस दिनों दिन काम बहुत कस चढ़ता जाता यार, सातों तो बहुत औखा है। कहंदे तुहानूं कौन कहंदा? कहना मैं उस रास्ते ते चलने जाओ तो प्रेम खेलन का चाओ, सिर धर तली गली मेरी आओ, इत मार्ग पैर धरीजा सिर दीजा कान ना कीजा। हमेशा जदों भी जाना, कई लोग जदों भी एडे एडे स्थानां ते जाते हैं डरदे हुए पैर धोण की बजाय ऐं टप जाते उत्तों। फिर कहणगे एग्जीमा हो गया, मैनूं आ हो गया, मैनूं आ बीमारी लग गई। सज़ा मिलती बहुत इन्हां कम्मां दी। हमेशा घरों केसी इशनान करके बिल्कुल स्वच्छ धोते हुए वस्त्र पा के जाना, तुहानूं फल ज़्यादा मिलूगा, होर गल कुछ। बेनती कीती सी मैं सिंघां नूं जिहड़े तगड़े तगड़े योधे आ बहुत बंदगी वाले, मैं कहा तुसीं जोर दिंदे हो केसी इशनान नूं, मैं अद्धे तो फिर केसी इशनान करके नहीं ब्रह्म कवच करते, फिर किवें करिए? मैं थोड़ा थोड़ा मनावा उन्होंने। मैं कई बार मैथों नहीं हुंदा, काम ही इन्ने हुंदे। कहता फिर एक गल सुन लो, जे बिना केसी नातियां 100 पाठ करोगे ब्रह्म कवच का 50 का ही फल मिलूगा, फिर मंजूर है? फिर मैं चुप कर गया, ये भी औखा काम है। कहने जे केसी इशनान करके पूरी पवित्रता नाल करोगे तो बत्तियां दा 32 पाली मिलणगे। जे तुसी ज़्यादा पढ़ोगे केसी ना नहाओगे, कहने फिर उन्हें फल नहीं मिलता। इन्हां गल्लां दा ख्याल रखो। जदों उन्होंने पहली बार शुरू किया सी तो उन्होंने यही हुक्म होया सी, सिंघा जोत नहीं लाई भाई। वो कहना मैनू तो पता ही नहीं इस गल का। फिर जोत लाई, सिंघा जल नहीं रखिया कोल, जल रख, धूफ ला, चढ़दे नूं मूँह कर। सिंघा जब तू पाठ करन बैठिया भाई आ चादर नहीं झाड़ी। वो कहना चादर साफ सुथरी मैं देखी। कहने जब पूरा हो गया पाठ हुण चादर झाड़ी। जब चादर झाड़ी तो इन्नी छोटी जी छिपकली मरी पई थले। जदों भी पाठ करन बहने किते भी झाड़ लिया करो माड़ा जिहा कपड़ा, देख लिया करो थले कोई चीज़ ही ना मरी पई होवे। फिर उहदा भी तो उधार तुसीं ही करोगे पाठ कर करके। इस करके महाराज सच्चे पातशाह ने जिहड़ी साडे ते किरपा कीती है, महाराज जी ने 10वें पातशाह ने सिंघां नूं बख्शिश की, 6वें पातशाह ने वारां दी, 10वें पातशाह ने चंडी दी वार की किरपा की, गुरु नानक साहब ने आसा दी वार की किरपा की, 6वें पातशाह ने 9 धुना चढ़ाइयां, लल्लां बह लीमा की धुन गावणी, टुंडे असराजे की धुनी। वो धुनियाँ जिहड़ियां वो मैं कथा रिकॉर्डिंग करन वेले विच सुणाइयां भी सारियां। इस करके सिंह महाराज वेले 10 ग्रंथी 5 ग्रंथी का रोज़ पाठ, 5 बाणियां रह रास कीर्तन 16 पढ़ते। केसी इशनान करके सिंह, मैं एक बारी किसी सिंह नूं बेनती कर बैठा,
अभ्यासी ने मैं कहा केसी इशनान का ये तुसीं कहने हो, कहने गुरु नानक साहब वेले तां ये शुरू केसी इशनान तो ही होया सी। उदों सारे सिख केसी इशनान ही करते सी। कहते ये हौली 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 जिवें सिख वो पहला 3 फुट्टी पाउंदे सी, फिर होर लास्ट कंघे 'च ही आ गई सी किरपान। हौली हौली 3 बाणियां, 5 तो 3, 3 तो 2, 2 तो 1, 1 तो फिर वाहिगुरू वाहिगुरू कर लो। ये जिन्ना भी साडा सिख तबका, जिन्ने भी सिंह ने, ये हौली 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 सारियां चीज़ां नूं छोटियां 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 करी जाते। इस तरह नहीं करना आपां ने। हुण फतेह वास्ते मैं बहुत बार बेनती की है, चलो मैं 5-10 वारी 20 वारी 50 वारी कह चुकिया हुण तक। ये जिहड़ी तुहाडी फतेह है, ये देखो फतेह तुहानूं ये फतेह नुकसानदेह है जिहड़ी तुसीं बुलाउने हो वाहि खालसा वाहि फतेह। गुरु साहब ने तुहानूं लिखिया वाहिगुरू अखर। उन्होंने ये सी भी 2 वार ये वाहिगुरू करूँ, 2 वार वो कहूगा, कोई आसे पासे खड़ा हो वो भी वाहिगुरू कह दूगा, वो भला होऊगा तुहाडा। पर तुसीं वाहि खालसा वाहि फतेह, जां एक हैगी आ वार खालसा वार फतेह। एक होर बुलाई गल किसी ने वारू, कहना वारू खालसा वारू फतेह। मैं कहा यार सारे बिगाड़ते जाने तुसीं। हरेक चीज़ आपां घटाई है। एक हुंदा पुत्त, एक हुंदा कपुत्त, एक हुंदा सपुत्त। प्यो चढ़ाई कर गया, 10 किले जमीन सी, उन्हें 10 किले जमीन दे 50 किले बनाते, वो हैगा पुत्त। जां जिन्हें जायदाद बहुत बताई वो सपुत्त, पर जिन्हें वेच के नशे खा ले सारी जमीन घर भी वेचदा वो हैगा कपुत्त। सिੱਖੀ ਨੂੰ ਵਧਾਉਣਾ ਸੀ। ਤੁਸੀਂ ਇਹ ਦੇਖ ਲਓ ਵੀ 6ਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਤੇ 2 ਸ੍ਰੀ ਸਾਹਿਬਾਂ ਪੈਂਦੀਆਂ, ਤੇ ਬਾਬਾ ਬੁੱਢਾ ਨੂੰ ਕਿਹਾ ਬਾਬਾ ਜੀ ਤੁਸੀਂ ਵੀ ਪਹਿਨੋ ਸ੍ਰੀ ਸਾਹਿਬ। ਤੁਸੀਂ ਕਹਿੰਦੇ 10ਵੇਂ ਪਾਤਸ਼ਾਹ ਨੇ ਪਵਾਈ। ਅੱਜ ਵੀ 1.25 ਫੁੱਟ ਦੀ ਸ੍ਰੀ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਬਾ ਜੀ ਦੀ ਪਈ ਹੈ। ਬਾਬਾ ਦੀਪ ਸਿੰਘ ਦਾ ਖੰਡਾ ਤੇਗਾ ਜਿਹੜਾ ਬਾਬਾ ਜੀ ਦੇ ਜੂੜੇ ਵਿੱਚ ਚੱਕਰ ਪੈਂਦਾ ਜੀ, ਤੇ ਪੂਰਾ ਮੂਲ ਮੰਤਰ ਸਾਰਾ ਲਿਖਿਆ ਹੋਇਆ। ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਸ਼ੋਭਿਤ ਨੇ। ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖੋ, ਕਿਉਂਕਿ ਕੱਲਾ ਭੇਖ ਬਣਾਉਣ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੇਸ ਧਰੇ ਪਾਹੋਲ ਬਿਨ ਭੇਖੀ ਮੂਰਖ ਸਿੱਖ। ਸਤਿਗੁਰੂ ਕਹਿੰਦੇ ਮੈਨੂੰ ਭੇਖ ਨਹੀਂ ਪਿਆਰਾ ਲੱਗਦਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਇਸ ਕਰਕੇ ਸਾਧ ਸੰਗਤ ਜਿਹੜੇ ਜੰਗ ਯੁੱਧ ਜੋ ਵੀ ਹੋਏ ਨੇ, ਪਿਛਲਾ ਇਤਿਹਾਸ ਆਪਾਂ ਸਾਰਾ ਨਾਲ ਬਾਚ ਕੇ, ਮੈਂ ਇਹ ਚਾਹੁੰਦਾ ਨਾ ਕਿ ਤੁਸੀਂ ਕੁਝ ਲੈ ਕੇ ਜਾਓ ਘਰ ਨੂੰ, ਕੁਝ ਕਰੋ, ਤੁਸੀਂ ਉਹਦੇ 'ਤੇ ਅਮਲ ਕਰੋ ਵੀ ਆਹ ਗੱਲ ਦੀ ਵਿਚਾਰ ਆਪਾਂ ਕੀਤੀ ਹੈ। ਸਾਰੇ ਜਾਣੇ ਇਹ ਕੋਸ਼ਿਸ਼ ਕਰੋ। ਸਮਾਂ ਐਸਾ ਚੱਲ ਰਿਹਾ, ਮੇਰੀ ਗੱਲ ਅੱਜ ਤੁਸੀਂ ਕਹੋਗੇ ਅੱਜ ਨਹੀਂ ਕੱਲ੍ਹ ਨਹੀਂ, ਇੱਕ ਦਿਨ ਤਾਂ ਤੁਸੀਂ ਆਨੇ ਵਾਲੇ ਥਾਂ 'ਤੇ ਆਉਣਾ ਹੀ ਆਉਣਾ, ਮੰਨ ਨਹੀਂ ਲੈਣੀ। ਫਿਰ ਤੁਸੀਂ ਦੇਖ ਲਿਓ, ਇਹ ਮਹਾਂਪੁਰਖ ਕਹਿੰਦੇ ਹੁੰਦੇ ਸੀ, ਕਹਿੰਦੇ ਪਹਿਲਾਂ ਤਾਂ ਨਹੀਂ ਕਿਸੇ ਨੇ ਮੰਨਣਾ, ਕਹਿੰਦੇ ਟੈਨਸ਼ਨਾਂ ਨਾਲ ਸੋਚ ਕੇ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਗਰਦਨਾਂ ਐਂ ਡਿੱਗ ਪੈਣੀਆਂ ਅੱਗੇ ਨੂੰ, ਕੋਈ ਰਾਹ ਨਹੀਂ ਮਿਲਣਾ ਇਹਨਾਂ ਨੂੰ। ਇਹ ਫੇਰ ਰਹਿਤ ਨੂੰ ਪੁੱਛਣਗੇ ਹਾਂਜੀ ਹੁਣ ਦੱਸੋ ਰਹਿਤ ਕਿਵੇਂ ਰੱਖੀ ਦੀ ਹੁੰਦੀ ਹੈ, ਹੁਣ ਦੱਸੋ ਵੀ ਕੇਸੀ ਇਸ਼ਨਾਨ ਕਰੀਏ। ਹੁਣ ਅਸੀਂ ਮੁੜ ਕੇ ਤੁਸੀਂ ਉੱਥੇ ਹੀ ਆਣਾ, ਕਹਿੰਦੇ ਖੁਆਰ ਹੋਏ ਸਭ ਮਿਲਾਂਗੇ। ਖੁਆਰ ਖੱਜਲ ਹੋ ਕੇ ਆਉਣਾ ਜਾਂ ਪਹਿਲਾਂ ਹੀ ਆ ਜਾਣਾ, ਕਲਗੀਧਰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜਾਂ ਦੁਨੀਆ ਦੀਆਂ ਖੁਸ਼ੀਆਂ ਦੇਖਣੀਆਂ, ਜਾਂ ਕਿ ਤੁਸੀਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨਾ ਕਿ ਜਾਂ ਲੋਕਾਂ ਨੂੰ ਖੁਸ਼ ਕਰਨਾ। ਨਹੀਂ, ਅਸੀਂ ਉਹਨਾਂ ਨੂੰ ਨਹੀਂ ਕਰਨਾ। ਫਿਰ ਕੀ ਹੋ ਜੂ ਜੇ ਇਹਨਾਂ ਨੂੰ ਖੁਸ਼ ਕਰ ਲਾਂਗੇ, ਫਿਰ ਕੀ ਹੋ ਜੂਗਾ। ਖੁਸ਼ ਕਰਨਾ ਤਾਂ ਇੱਕੋ ਨੂੰ ਕਰੋ ਬਸ, ਇੱਕ ਦੀ ਖੁਸ਼ੀ ਹੀ ਵੱਡੀ ਹੈ। ਲੋਕ ਤੇ ਪਰਲੋਕ ਸਮਰਦਾ ਨਾਲ ਜਦੋਂ ਸਤਿਗੁਰੂ ਮਹਾਰਾਜ ਝਾੜ ਸਾਹਿਬ ਤੋਂ ਅੱਗੇ ਹੁੰਦੇ ਲੱਲਾ ਪਿੰਡ ਆਏ ਨੇ, ਹੋਰ ਆਏ ਨੇ। ਉੱਥੇ ਇੱਕ ਪਿੰਡ ਦੇ ਵਿੱਚ ਇੱਕ ਮਿਸਤਰੀ ਸਿੱਖ ਸੀ, ਉਹ ਸਤਿਗੁਰੂ ਮਹਾਰਾਜ ਨੂੰ ਸ੍ਰੀ ਅਨੰਦਪੁਰ ਸਾਹਿਬ ਕਈ ਵਾਰ ਸ਼ਸਤਰ ਦੇ ਆਇਆ ਸੀ। ਉਹ ਵਜੀਦੇ ਦੀ ਵੈਸੇ ਫੌਜ ਨੂੰ ਸ਼ਸਤਰ ਬਣਾ ਕੇ ਦਿੰਦਾ ਸੀ, ਉਹਦੇ ਅੰਦਰ ਸ਼ਰਧਾ ਸੀ ਗੁਰੂ ਪ੍ਰਤੀ। ਉਹ ਜਾ ਕੇ ਸ਼ਸਤਰ ਦੇ ਕੇ ਆਇਆ ਉੱਥੇ। ਜਦੋਂ ਸਤਿਗੁਰੂ ਜੀ ਉਹਦੇ ਇਲਾਕੇ 'ਚ ਆਏ, ਉਹਦੇ ਪਿੰਡ ਆਏ, ਤਾਂ ਇੱਕ ਤੀਰ ਕਮਾਨ, 22 ਤੀਰ ਤੇ ਬਹੁਤ ਸਾਰੇ ਸ੍ਰੀ ਸਾਹਿਬਾਂ ਸਤਿਗੁਰਾਂ ਅੱਗੇ ਜਾ ਕੇ ਉਹਨੇ ਭੇਟਾ ਕੀਤੀਆਂ ਸੀ।
एक घोड़िਆਂ ਦਾ ਸੁਦਾਗਰ ਸੀ, ਉਹ ਮਹਾਰਾਜ ਨੂੰ ਘੋੜੇ ਦਿੰਦਾ ਹੁੰਦਾ ਸੀ। ਜਦੋਂ ਸਤਿਗੁਰਾਂ ਨੇ ਆ ਕੇ ਕਿਹਾ ਵੀ ਸਾਨੂੰ ਘੋੜਾ ਦੇ ਦੇ, ਉਹ ਨਿੱਕੀ ਜੀ ਖੱਚਰ ਜੀ ਲਿਆਇਆ ਇੱਕ। ਮਹਾਰਾਜ ਕਹਿੰਦੇ ਇਹ ਕੀ ਹੈ? ਘੋੜਾ। ਮਹਾਰਾਜ ਫਿਰ ਉਹ ਤੁਹਾਨੂੰ ਪਤਾ ਤੁਰਕਾਂ ਦਾ ਰਾਜ ਹੈ, ਫਿਰ ਮੈਨੂੰ ਫਾਂਸੀ ਚੜਾ ਦੇਣਗੇ, ਫਿਰ ਮੇਰਾ ਟੱਬਰ ਮਾਰ ਦੇਣਗੇ। ਕਹਿੰਦੇ ਕੋਈ ਨਹੀਂ, ਤੂੰ ਲੈ ਜਾ, ਇਹ ਤਾਂ ਬਹੁਤ ਨੇ ਸਾਡੇ ਕੋਲੇ, ਪਰ ਤੇਰੀ ਇੱਛਾ ਜ਼ਰੂਰ ਪੂਰੀ ਹੋਊਗੀ। ਤੈਨੂੰ ਫਾਂਸੀ ਵੀ ਲੱਗੂ, ਤੇਰਾ ਟੱਬਰ ਵੀ ਸਾਰਾ ਕਹਾਣੀ 'ਚ ਪੀੜਨਗੇ। ਤੈਨੂੰ ਯਕੀਨ ਨਹੀਂ ਵੀ ਅਸੀਂ ਬਚਾ ਸਕਦੇ ਹਾਂ? ਤੂੰ ਕਾਹਦਾ ਸਿੱਖ ਹੈ? ਹੁਣ ਵੀ ਆਪਾਂ ਨੂੰ ਕੋਈ ਯਕੀਨ ਨਹੀਂ ਹੁੰਦਾ ਕਦੇ ਮਹਾਰਾਜ ਦੇ ਉੱਤੇ ਵੀ ਸੱਚੇ ਪਾਤਸ਼ਾਹ ਸਾਨੂੰ ਬਚਾ ਲੈਣਗੇ। ਨਹੀਂ ਜੀ, ਇਹ ਡਾਕਟਰ ਨੇ ਕਿਹਾ ਵੀ ਇਹਦਾ ਆਪਰੇਸ਼ਨ ਹੋਇਆ, ਇਹਨੂੰ ਸੱਟ ਵੱਜੀ ਆ, ਕਾਕੇ ਨੂੰ ਤਰੀ ਜ਼ਰੂਰ ਦੇਣੀ ਮੀਟ ਦੀ, ਫਾਹਾ ਲੈ ਲਓ, ਤਰੀ ਦੇਣੀ ਆ। ਉਹ ਕਲਗੀਧਰ ਮਹਾਰਾਜ ਨੇ ਰੱਖਣਾ ਹੁੰਦਾ। ਇੱਕ ਦਵਾਈ ਤਾਂ ਇੱਕ ਬਹਾਨਾ ਹੁੰਦੀ ਹੈ। ਮਹਾਰਾਜ ਜੀ ਕੋਈ ਸਿੰਘ ਸੀ, ਅੜ ਕੇ ਬਹਿ ਗਿਆ ਵੀ ਮੈਂ ਦਵਾਈ ਨਹੀਂ ਲੈਣੀ। ਉਹਨੂੰ ਛਾਤੀ ਦੇ ਵਿੱਚ ਕਾਫੀ ਰੋਗ ਹੋ ਗਿਆ ਸੀਗਾ, ਦਮੇ ਦਾ। ਕਿਸੇ ਸਿੱਖ ਨੂੰ ਮਹਾਰਾਜ ਨੇ ਸੁਨੇਹਾ ਦਿੱਤਾ, ਕਹਿੰਦੇ ਉਹਨੂੰ ਦਵਾਈ ਦਵਾਓ ਜਾ ਕੇ। ਜਦੋਂ ਦਵਾਈ ਦਵਾਉਣ ਗਏ, ਕਹਿੰਦਾ ਮੈਂ ਤਾਂ ਨਹੀਂ ਲੈਂਦਾ। ਕਹਿੰਦੇ ਮਹਾਰਾਜ ਉਹੀ ਠੀਕ ਕਰ ਦਿਓ ਵੀ ਐਂ ਕਰਕੇ। ਕਹਿੰਦੇ ਅਧਿਆਤਮਕ ਸ਼ਕਤੀ ਜਿਹੜੀ ਆ ਨਾ, ਇਹ ਬਹੁਤ ਕੀਮਤੀ ਹੁੰਦੀ ਆ। ਅਸੀਂ ਚਾਹੁੰਦੇ ਹੁੰਦੇ ਹਾਂ ਕਿ ਇੱਧਰੋਂ ਉੱਧਰੋਂ ਹੀ ਇਲਾਜ ਹੋ ਜੇ। ਅੱਜ ਕੱਲ੍ਹ ਲੋਕ ਇਹ ਚਾਹੁੰਦੇ ਨੇ, ਮੈਨੂੰ ਵੀ ਕਹਿਣਗੇ ਵੀ ਐਂ ਕਰ ਦਿਓ। ਅਧਿਆਤਮਕ ਤਾਕਤ ਬੜੀ ਕੀਮਤੀ ਹੈ। ਇੱਕ ਕਿਸੇ ਨੂੰ ਠੀਕ ਕਰਨ ਲਈ 5-5 ਸਾਲ ਦੀ ਕਮਾਈ ਦੇਣੀ ਪੈਂਦੀ ਹੈ। ਆਪ ਬਿਮਾਰ ਹੋਣਾ ਪੈਂਦਾ, ਮੰਜੇ 'ਤੇ ਲੰਮੇ ਪੈਣਾ ਪੈਂਦਾ। ਫਿਰ ਮਾਤਾ ਜੀ ਨੇ ਕੋਲੋਂ ਕਿਹਾ, ਬੇਟਾ ਗੱਲ ਇਹ ਹੁੰਦੀ ਆ, ਦਵਾਈ ਤਾਂ ਇੱਕ ਬਹਾਨਾ ਹੀ ਹੈ, ਕਰਾਂਗੇ ਤਾਂ ਅਸੀਂ ਹੀ ਠੀਕ ਉਹਨੂੰ। ਇਸ ਕਰਕੇ ਜਿਹੜੀ ਦਵਾਈ ਹੈ ਨਾ, ਅਰਦਾਸ ਕਰਕੇ ਲਓ ਵੀ ਮਹਾਰਾਜ ਇਹ ਤਾਂ ਉੱਦਾਂ ਹੀ ਆ, ਇਹ ਤਾਂ ਕਰਨਾ ਤਾਂ ਤੁਸੀਂ ਠੀਕ ਹੈ। ਇੱਕ ਪਟਿਆਲੇ ਸਿੱਖ ਆ, ਉਹ ਜਦੋਂ ਬਿਮਾਰ ਹੋ ਜਾਂਦਾ, ਉਹ ਜਾ ਕੇ ਖੜ ਜਾਂਦਾ ਨੌਵੇਂ ਪਾਤਸ਼ਾਹ ਦੇ ਅੱਗੇ, ਮਹਾਰਾਜ ਜਿੰਨਾ ਬਿਮਾਰੀ 'ਤੇ ਲੱਗਣਾ ਉਹਨੂੰ ਦੁੱਗਣਾ ਤੁਸੀਂ ਲੈ ਲਓ, ਮੈਂ ਗੋਲਕ 'ਚ ਪਾ ਦਿੰਦਾ, ਤੁਸੀਂ ਮੈਨੂੰ ਠੀਕ ਕਰ ਦਿਓ। ਉਹ ਕਹਿੰਦੇ ਜੇ ਦਵਾਈ 'ਤੇ 2500 ਲੱਗਣਾ, ਮੈਂ 5000 ਗੋਲਕ 'ਚ ਹੀ ਪਾ ਦੂੰ, ਇਹ ਕਿਸੇ ਕੰਮ ਤਾਂ ਆ ਜੂ। ਡਾਕਟਰਾਂ ਨੂੰ ਦੇ ਕੇ ਅਸੀਂ ਪੈਸਾ ਖਰਾਬ ਕਰ ਲਾਂਗੇ ਐਵੇਂ। ਯਕੀਨ ਰੱਖੋ। ਗੁਲਾਬੇ ਮਸੰਦ ਨੇ ਯਕੀਨ ਹੀ ਨਹੀਂ ਕੀਤਾ। ਉਹਨੇ ਵੀ ਕਿਹਾ ਸੀ ਮਹਾਰਾਜ ਸਾਨੂੰ ਘੇਰਾ ਪੈ ਜੂ, ਸਾਨੂੰ ਇੱਦਾਂ ਹੋ ਜੂ, ਸਾਨੂੰ ਆਹ ਹੋ ਜੂ। ਮਹਾਰਾਜ ਨੇ 2 ਕੌਤਕ ਵੀ ਦਿਖਾਏ ਉਹਨੂੰ। ਕਹਿੰਦੇ ਉਹ ਜਾਂ ਫਲਾਨੇ ਘਰ 'ਚ ਇੱਕ ਮਾਤਾ ਰਹਿੰਦੀਆਂ, ਉਹਦੀਆਂ ਅੱਖਾਂ ਹੈ ਨਹੀਂ, ਉਹ ਲੈ ਕੇ ਆ। ਰਾਤ ਦੀ ਗੱਲ ਹੈ। ਜਦੋਂ ਮਾਤਾ ਨੂੰ ਲਿਆਂਦਾ, ਉਹ ਅੰਨੀ ਸੀ, ਉਹਦਾ ਲੜਕਾ ਵੀ ਨਾਲ ਆਇਆ ਸੀ। ਉਹ ਬਹੁਤ ਸਾਲਾਂ ਤੋਂ ਨਾ ਇੱਕ ਕੱਪੜਾ, ਬੜਾ ਸੋਹਣਾ ਕੱਪੜਾ ਬੁਣ ਕੇ ਇੱਕ ਮਹਾਰਾਜ ਦਾ ਦਸਤਾਰ, ਕੋਈ ਚੋਲਾ, ਕਮਰ ਕਸਾ ਬਣਾ ਕੇ ਬੜੇ ਸ਼ਰਧਾ ਨਾਲ ਲੈ ਕੇ ਬੈਠੇ ਸੀ। ਜਦੋਂ ਉਹਨੇ ਲਿਆ ਕੇ ਫੜ ਕੇ ਲਿਆਂਦਾ, ਉਹਨੂੰ ਭੇਟਾ ਕੀਤਾ। ਜਦੋਂ ਮਹਾਰਾਜ ਬੋਲੇ, ਉਹ ਨਾਲ ਦੇ ਨੇ ਕਿਹਾ 10ਵੇਂ ਪਾਤਸ਼ਾਹ ਬੈਠੇ ਸਾਹਮਣੇ। ਇੰਨੀ ਜ਼ੋਰ ਦੀ ਝਟਕਾ ਵੱਜਿਆ, ਉਹਨੂੰ ਇੱਕਦਮ ਅੱਖਾਂ ਖੁੱਲ੍ਹ ਗਈਆਂ ਉਹਦੀਆਂ, ਉਹਨੂੰ ਦਿਖਣ ਹੀ ਲੱਗ ਗਿਆ ਉੱਥੇ ਹੀ। ਉਸ ਵਕਤ ਗੁਲਾਬੇ ਨੂੰ ਮਾੜਾ ਜਿਹਾ ਤਸੱਲੀ ਜੀ ਆਈ, ਫਿਰ ਵੀ ਨਾ ਆਈ। ਕਹਿੰਦੇ ਜਾ ਗੁਲਾਬਿਆ, ਜਿਹੜਾ ਮਾਤਾ ਨੇ ਥਾਨ ਦਿੱਤਾ ਨਾ, ਇਹ ਲਲਾਰੀ ਨੂੰ ਦੇ ਜਾ ਕੇ, ਵੀ ਇਹਨੂੰ ਨੀਲਾ ਰੰਗ ਦੇ। ਉਹ ਜਾ ਕੇ ਜਦ ਲਲਾਰੀ ਨੂੰ ਕਿਹਾ, ਉਹ ਕਹਿੰਦਾ 3 ਦਿਨ ਹੋਏ ਨੇ ਭੱਠੀ ਤਪਾਇਆ ਨੂੰ, ਉਹਦੇ 'ਚ ਮੈਂ ਕੱਪੜਿਆਂ ਨੂੰ ਰੰਗ ਦੇ ਰਿਹਾ, 5 ਦਿਨ ਲੱਗਣਗੇ, ਫਿਰ 2 ਦਿਨਾਂ ਬਾਅਦ ਖੋਲ੍ਹੂੰ। ਸਤਿਗੁਰੂ ਕਹਿੰਦੇ ਜਾ ਉਹਨੂੰ ਕਹਿ ਦੇ ਭੱਠੀ ਉੱਠ ਗਈ। 3 ਦਿਨਾਂ ਬਾਅਦ ਹੀ ਭੱਠੀ ਠਾਤੀ, ਜਦੋਂ ਕੱਢੇ ਕੱਪੜੇ ਸਾਰੇ ਰੰਗੇ ਹੋਏ। ਕਹਿੰਦੇ ਮਹਾਰਾਜ ਕਹਿੰਦੇ ਹੁਣੇ ਪਾ ਤੇ ਸਵੇਰ ਨੂੰ ਭੱਠੀ ਉੱਠ ਜੂਗੀ। ਨੀਲੇ ਰੰਗ ਦੇ ਸਾਰੇ ਵਸਤਰ ਤਿਆਰ ਕਰਕੇ, ਉਹੀ ਨੇ ਜਿਹੜੇ ਉੱਚ ਦੇ ਪੀਰ ਬਣਨ ਵੇਲੇ ਨੀਲੇ ਕੱਪੜੇ ਪਾਏ ਸੀ, ਸਾਰੇ ਉਹੀ ਸੀ। ਇਹ ਸਾਰਾ ਕੁਝ ਦਿਖਾਇਆ ਵੀ ਗੁਲਾਬੇ ਹੋਣਾ ਨੂੰ, ਪਰ ਗੁਲਾਬੇ ਹੋਣਾ ਨੂੰ ਮਹਾਰਾਜ ਪੰਜਾਬਾ ਤੇ ਗੁਲਾਬਾ, ਇਹਨਾਂ ਨੂੰ ਤਸੱਲੀ ਨਹੀਂ ਹੋਈ ਮਹਾਰਾਜ ਤੇ। ਅੱਗੇ ਗਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ, ਤਾਂ ਉਸ ਵਕਤ ਸਾਧ ਸੰਗਤ ਜੀ ਉੱਥੇ ਜਿਹੜਾ ਆਇਆ ਹੋਇਆ ਸੀ ਨਵਾਬ, ਉਹ ਕਹਿੰਦੇ ਇਹ ਕੌਣ ਨੇ? ਕਹਿੰਦੇ ਇਹ ਉੱਚ ਦੇ ਪੀਰ ਨੇ। ਕਹਿੰਦੇ ਉੱਚ ਦੇ ਪੀਰ ਨੇ? ਕਹਿੰਦੇ ਫਿਰ ਸਾਡੇ ਨਾਲ ਖਾਣਾ ਖਾਣ ਆਓ, ਬੁਲਾ ਕੇ ਲਿਆਓ। ਗਨੀ ਖਾਂ, ਨਬੀ ਖਾਂ, ਭਾਈ ਮਾਨ ਸਿੰਘ ਹੋਣੀ ਤੇ ਭਾਈ ਧਰਮ ਸਿੰਘ ਨੇ ਤਾਂ
ਚੱਕਿਆ ਹੋਇਆ ਸੀ ਪਲੰਘ, ਤੇ ਭਾਈ ਦਇਆ ਸਿੰਘ ਜੀ ਮੋਹਰਾਂ ਦੇ ਜਿਹੜੇ ਖੰਭ ਹੁੰਦੇ ਨੇ ਚੌਰ ਕਰਦੇ ਸੀ। ਆ ਪਿੱਛੇ ਜੇ ਮੈਂ ਉੱਥੇ ਗਿਆ ਸੀ ਆ ਰਾਏਪੁਰ, ਅੱਜ ਸਿੰਘ ਉੱਥੋਂ ਆਇਆ ਵੀ ਹੋਇਆ। ਆ ਜਿੰਨਾ ਸਿੰਘਾਂ ਦੇ ਇੱਦਾਂ ਕੇਬਲ TV ਚੱਲਦਾ ਉਹਨਾਂ ਰਿਸ਼ਤੇਦਾਰ ਹੀ ਅੱਜ ਆਏ ਹੋਏ ਨੇ। ਤਾਂ ਉਸ ਵਕਤ ਉੱਥੇ ਰਾਏਪੁਰ ਇਹ ਮੈਨੂੰ ਕਹਿੰਦਾ ਉੱਥੇ ਆੜੇ ਨਵੇਂ ਜੇ ਉੱਠੇ ਨੇ ਉਹ ਸਾਨੂੰ ਚੌਰ ਨਹੀਂ ਕਰਨ ਦੇ ਖੰਭਾਂ ਨਾਲ। ਕਹਿੰਦੇ ਇਤਿਹਾਸ ਵਿੱਚ ਕਿਤੇ ਜ਼ਿਕਰ ਹੈ। ਮੈਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਫੋਟੋ ਦੇਖੋ, ਉਦੋਂ ਚੌਰ ਖੰਭਾਂ ਨਾਲ ਹੀ ਹੁੰਦਾ ਸੀ। ਆਹ ਤੁਹਾਡੇ ਚੌਰ ਤਾਂ ਹੁਣ ਆਏ ਨੇ, ਪਹਿਲਾਂ ਜਿਹੜੇ ਚੌਰ ਸਾਹਿਬ ਇਹੀ ਹੁੰਦੇ ਸੀ। ਫਿਰ ਉਦੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਤੇ ਇਹ ਜਿਹੜਾ ਚੌਰ ਸੀ ਪਹਿਲੇ ਪਾਤਸ਼ਾਹ ਵੇਲੇ ਹੋਇਆ, ਫਿਰ ਮਹਾਰਾਜ ਵੇਲੇ ਵੀ ਹੁੰਦੇ ਰਹੇ ਨੇ। ਪਿੰਡਾਂ ਵਿੱਚ ਜਦੋਂ ਅਸੀਂ ਹੁੰਦੇ ਸੀ ਮੈਂ ਆਪ ਚੌਰ ਗੁਰੂ ਗ੍ਰੰਥ ਸਾਹਿਬ ਨੂੰ ਇਹੀ ਕਰਦਾ ਹੁੰਦਾ ਸੀ। ਇਹ ਪੁਰਾਣਿਆਂ ਨੇ ਸਾਰਿਆਂ ਨੇ ਦਰਸ਼ਨ ਕੀਤੇ ਹੀ ਆ। ਉਸ ਵਕਤ ਜਿਹੜਾ ਇਹ ਮਹਾਰਾਜ ਜੀ ਨੂੰ ਚੌਰ ਭਾਈ ਦਇਆ ਸਿੰਘ ਜੀ ਕਰ ਰਹੇ ਸੀ, ਉਹ ਖੰਭਾਂ ਵਾਲਾ ਹੀ ਸੀ, ਮੋਰ ਦੇ ਖੰਭਾਂ ਵਾਲਾ ਚੌਰ ਕਰ ਰਿਹਾ ਸੀ। ਚੌਰ ਹੋ ਰਿਹਾ ਸੀ, ਕਹਿੰਦੇ ਵੀ ਇਹ ਛਕੋ। ਕਹਿੰਦੇ ਇਹਨਾਂ ਨੇ ਤਾਂ ਰੋਜ਼ਾ ਰੱਖਿਆ ਹੋਇਆ ਤੇ ਨਾਲ ਦੇ ਸਾਥੀ ਛਕ ਲੈਣਗੇ। ਉਹ ਕਹਿੰਦੇ ਮਹਾਰਾਜ ਤੁਸੀਂ ਸਾਨੂੰ ਕਿਉਂ ਕਹਿਤਾ, ਅਸੀਂ ਤਾਂ ਤੁਰਕਾਂ ਦਾ ਛਕਣਾ ਨਹੀਂ। ਮਹਾਰਾਜ ਕਹਿੰਦੇ ਹੌਲੇ ਕਿਤੇ ਨੇ ਕਿਰਪਾਨ ਕੱਢ ਕੇ ਪੇਟਾ ਕਰ ਦਿਓ, ਸਭ ਬਦਲ ਜੂਗਾ। ਮੌਕੇ ਦੀ ਗੱਲ ਹੈ। ਪਰ ਕਹਿਣ ਲੱਗਿਆ ਨਵਾਬ ਵੀ ਮੈਨੂੰ ਸਿਰਫ ਗਵਾਹੀ ਤਾਂ ਚਾਹੀਦੀ ਹੈ, ਇੱਕ ਬੰਦਾ ਕੋਈ ਆ ਕੇ ਗਵਾਹੀ ਦੇਵੇ ਵੀ ਉੱਚ ਦੇ ਪੀਰ ਨੇ। ਮੁਲਤਾਨ ਤੋਂ 7 ਮੀਲ ਪਰੇ ਪੈਂਦਾ ਹੈ ਇਹ ਜਿਹੜਾ ਉੱਚ ਦੇ ਪੀਰਾਂ ਦਾ ਸਥਾਨ ਹੈ। ਤਾਂ ਉਸ ਵਕਤ ਜਦੋਂ ਜਿਹੜਾ ਕਾਜੀ ਲਿਆਂਦਾ ਸੀ, ਜਿਹਦੀ ਮੈਂ ਪਹਿਲਾਂ ਨਾਂ ਲਿਆ ਸੀ, ਜੀ ਤੋਂ ਮਹਾਰਾਜ ਨੇ ਫਾਰਸੀ ਪੜ੍ਹੀ ਸੀ, ਉਹ ਕਾਜੀ ਲਿਆਂਦਾ। ਕਹਿੰਦੇ ਜੀ ਇਹ ਗਵਾਹੀ ਦਊਗਾ। ਉਹ ਪਰੇ ਹੋ ਕੇ ਕਹਿੰਦਾ ਨਵਾਬ ਨੂੰ, ਕੋਈ ਉੱਚਾ ਨੀਵਾਂ ਤਾਂ ਨਹੀਂ ਬੋਲਿਆ? ਕਹਿੰਦਾ ਇਹ ਤਾਂ ਬਹੁਤ ਵੱਡੇ ਪੀਰ ਨੇ, ਸ਼ੁਕਰ ਕਰ ਤੇਰਾ ਨਾਸ ਨਹੀਂ ਕੀਤਾ। ਕਹਿੰਦਾ ਅੱਛਾ। ਉਹ ਡਰ ਗਿਆ। ਫਿਰ ਕਹਿੰਦਾ ਜੀ ਠੀਕ ਆ, ਮੈਂ ਨਹੀਂ ਕੁਛ ਕਹਿੰਦਾ ਇਹਨਾਂ ਨੂੰ। ਭਾਈ ਦਇਆ ਸੋਹਣਾ ਨੇ ਕੱਪੜੇ ਆਪਣਾ ਬਸਤਰ ਲਿਆ, ਇੰਨੇ ਸਾਰੇ ਚੌਲ ਚੱਕ ਕੇ ਪਾ ਲਏ। ਰਸਤੇ 'ਚ ਕਹਿੰਦਾ ਮਹਾਰਾਜ ਚੌਲ ਲਿਆ ਤੁਹਾਡੇ ਲਈ। ਕਹਿੰਦੇ ਕੋਈ ਨਹੀਂ ਛਕਾਂਗੇ। ਜਦੋਂ ਲੱਲਾ ਪਿੰਡ ਗਏ, ਛੱਪੜ ਦੇ ਕਿਨਾਰੇ ਬੋਰਡ ਸੀ, ਉਹਦੇ ਥੱਲੇ ਬੈਠੇ ਸਤਿਗੁਰੂ ਕਹਿੰਦੇ ਜਾ ਹੁਣ ਲਿਆ। ਮਹਾਰਾਜ ਨੇ ਕੱਢੀ ਕਿਰਪਾਨ ਵਿੱਚ ਫੇਰਤੀ, ਉਹ ਕੜਾਹ ਪ੍ਰਸ਼ਾਦ ਬਣ ਗਿਆ ਉਹਦਾ। ਇਹ ਲੋਕ ਕਹਿੰਦੇ ਜੀ ਕਰਾਮਾਤ ਦਿਖਾਈ, ਐ ਨਹੀਂ ਕੀਤਾ। ਕਰਾਮਾਤ ਹੁੰਦੀ ਰਿੱਧੀਆਂ ਸਿੱਧੀਆਂ ਵਾਲੇ ਦਿਖਾਉਂਦੇ ਹੁੰਦੇ ਆ। ਇਹ ਰੱਬ ਨੇ ਕਿਹੜੀ ਕਰਾਮਾਤ ਦਿਖਾਉਣੀ ਆ? ਰੱਬ ਤਾਂ ਰੱਬ ਹੀ ਆ। ਕਲਾ ਅੱਖਰ ਕਦੇ ਸੁਣਿਆ? ਕਲਾ ਕਲਾ ਜਿਤ ਘਰ ਧਾਰੀਆ, ਕਲਾ ਉਪਾਏ ਸਿਸ਼ਟ ਜਿਨ ਸਾਜੀ। ਬਹੁਤ ਅੱਖਰ ਹੈ। ਸਹਿਸਕ੍ਰਿਤੀ ਪੜ੍ਹੋ, ਜੇਨ ਕਲਾ ਜੇਨ ਕਲਾ ਜੇਨ ਕਲਾ ਕਿੰਨੀ ਵਾਰ ਆਉਂਦਾ। ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਆਉਂਦਾ ਕਿ ਨਹੀਂ ਜਾਪ ਸਾਹਿਬ ਦੇ ਵਿੱਚ? ਕਲਾ ਸੰਯੁਕਤ ਹੈ, ਉਹ ਕਰਾਮਾਤ ਹੀ ਨਹੀਂ ਹੈ। ਕਰਾਮਾਤ ਹੁੰਦਾ ਨਾ ਜਿਹੜਾ ਨਿੱਕੇ ਨਿੱਕੇ ਪੀਰ ਫਕੀਰ ਜੇ ਨੇ, ਆ ਜਿਹੜੇ ਹੋਰ ਨੇ ਹੱਥਾਂ 'ਤੇ ਸਰੋਂ ਜਮਾਉਂਦੇ ਫਿਰਦੇ, ਇਹਨੂੰ ਕਹਿੰਦੇ ਕਲਾ, ਇਹਨੂੰ ਕਹਿੰਦੇ ਕਰਾਮਾਤ। ਸਾਧ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਬਹੁਤ ਕਰਾਮਾਤ ਅੱਖਰ ਬਾਣੀ 'ਚ ਬੜੇ ਤਰ੍ਹਾਂ ਦੇ ਆਏ ਨੇ। ਇਹ ਹੁੰਦਾ ਵੀ ਹੁਣ ਜਿਹੜੇ ਬੋਲਦੇ ਨੇ ਇੰਨਾ ਰੌਲਾ ਟੀ 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 ਕਰੀ ਜਾਂਦੇ, ਇਹਨਾਂ ਨੂੰ ਬੜੀ ਵਾਰ ਚੱਲ ਮੇਰੇ ਕੋਲ ਹੀ ਬਹਿ ਜਾਣਾ ਆ ਕੇ ਸਾਰੇ ਜਾਣੇ, ਮੇਰੇ ਨਾਲ ਹੀ ਵਿਚਾਰ ਕਰ ਲੈਣ, ਕੋਈ ਨਹੀਂ ਆਉਂਦਾ। ਕਹਿੰਦਾ ਉਹ ਤਾਂ ਤੁਹਾਨੂੰ ਹਰਾ ਦੂਗਾ, ਫਿਰ ਕਾਹਨੂੰ ਬੋਲਦੇ ਹੋ? ਅੱਜ ਵੀ ਇੱਕ ਸਿੰਘ ਰਾਹ 'ਚ ਕਹਿੰਦਾ ਸੀ, ਉਹਨੇ ਕੋਈ ਪੰਗਤੀ ਪੜ੍ਹੀ, ਮੈਂ ਉਹਦੇ ਬਰਾਬਰੀ ਦੂਜੀ ਪੜ੍ਹਤੀ। ਫਿਰ ਹੱਸ ਕੇ ਕਹਿੰਦਾ ਵੈਸੇ ਗਿਆਨੀਆਂ ਨਾਲ ਵਿਚਾਰ ਨਹੀਂ ਕਰਨੀ ਚਾਹੀਦੀ। ਮੈਂ ਕਹਿੰਦਾ ਕਿਉਂ? ਕਹਿੰਦਾ ਪਤਾ ਨਹੀਂ ਕਿੱਥੋਂ ਪੰਗਤੀ ਕੱਢ ਲਿਆਉਂਦੇ ਹੋਰ। ਮੈਂ ਇੰਨੀ ਪੜ੍ਹਾਈ ਕੀਤੀ, ਇੰਨੇ ਸਾਲ 40-43 ਸਾਲ ਹੋ ਗਏ, ਪੰਗਤੀ ਤਾਂ ਸਾਹਮਣੇ ਆ ਹੀ ਜਾਣੀ ਮੇਰੇ। ਜਿਵੇਂ ਮੈਂ ਇੱਕ ਜਗ੍ਹਾ ਕਥਾ ਕੀਤੀ ਤੇ ਕਥਾ ਆ ਗਈ ਪਿੱਤਰਾਂ ਦੀ, ਵੀ ਪਿੱਤਰਾਂ ਦਾ ਉਧਾਰ ਕੀਤਾ, ਐਂ ਕੀਤਾ। ਪਿੱਤਰ ਜਿਹੜੇ ਗੁਰੂ ਨਾਨਕ ਸਾਹਿਬ ਵੇਲੇ ਵੀ ਇਹ ਚੱਲਦਾ ਸੀ, ਉਦੋਂ ਹੌਲੀ ਹੌਲੀ ਰੋਕਿਆ ਮਹਾਰਾਜ ਨੇ। ਕਹਿੰਦੇ ਦੇਖੋ ਜੀ ਬਾਣੀ ਅੰਦਰ ਤਾਂ ਪਿੱਤਰਾਂ ਦਾ ਲਿਖਿਆ ਨਹੀਂ ਹੋਇਆ, ਤੁਸੀਂ ਪਿੱਤਰਾਂ ਬਾਰੇ ਬੋਲੇ, ਐਂ ਕੀਤਾ। ਉਹ ਕਿਸੇ ਨੇ ਸਿਖਾ ਕੇ ਭੇਜੇ ਸੀ। ਮੈਂ ਕਿਹਾ ਸਿੱਧਾ ਜਿਹਾ ਲਿਖਿਆ, ਜਿਸ ਸਿਮਰਤ ਸਾਹਿਬ ਕਿਲ ਵਿਖ ਨਾਸਾ ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਾਦੀ ਜਾਪੋ ਜਾ ਕਾਂਤ ਨਾ ਪਾਰੋ। ਮੈਂ ਕਿਹਾ ਪਿੱਤਰਾਂ ਦਾ ਲਿਖਿਆ ਤਾਂ ਹੋਇਆ ਵੀ ਨਾਮ ਜਪਣ ਨਾਲ ਪਿੱਤਰਾਂ ਦਾ ਉਧਾਰ ਹੁੰਦਾ, ਨਾ ਕਿ ਆਹ ਰੋਟੀ ਖਵਾਉਣ ਨਾਲ ਉਧਾਰ ਹੁੰਦਾ। ਉੱਥੇ ਉਹਦਾ ਖੰਡਨ ਹੈ ਵੀ ਪਿੱਤਰ ਤਾਂ ਮਰ ਕੇ ਤੁਰੇ ਫਿਰਦੇ। ਉਹ ਕਹਿੰਦੇ ਦੁਨੀ ਚੰਦ, ਲਾਹੌਰ ਵਾਲੇ ਦੁਨੀ ਚੰਦ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਦੁਨੀ ਚੰਦ, ਉਹ ਤੇਰਾ ਪਿਓ ਤਾਂ ਬਘਾੜ ਬਣਾ ਬੈਠਾ, ਆ ਤੂੰ 500 ਬ੍ਰਾਹਮਣ ਨੂੰ ਭੋਜਨ ਖਵਾਈ ਜਾਂਦਾ,
वो तेरा प्यो तो भुखा बैठा। कई लोग सानू भी पुछदे आ, अच्छा फिर जे अखंड पाठ कराउने हैं उत्थे तक पहुँच जाता है? मैं कहा एक वर्ल्ड बैंक हुंदा, ये ब्रह्मण का बैंक है, ये तो नाल दी नाल ही सपोर्ट मिल जाती। मैं कईयां नूं प्रैक्टिकल कराए, कई कहणगे साडे बच्चे ने आइल्स करनी है, लंघ नहीं रहा, 4 बार नहीं लंघिया है। मैं सौखा काम दस दिना, सुने सत्संग तो ज्ञान वाली पौड़ी कर लो 108 बारी रोज़, मूहरे जल रख के तेनों छकाई है। जदों इहदा पेपर होऊ 3 घंटे सारा टब्बर घरे बह के इसे पौड़ी का अभ्यास करी जाओ, फिर हसदे आउणगे ये तो 7 बैंड आ गए। मैं कहा ये बाणी नहीं दवाए है, बाणी तो ब्रह्मंडां दे विच व्यापक है, बाणी तो हर थां ही मदद करनी। किसी प्रति भी तुसीं बाणी पढ़ दो, अरदास कर दो, और प्रतੱਖ प्रैक्टिकल मेरे सारे देखे हुए ने, जिथे बह के मर्जी बाणी पढ़ दो जी। अखंड पाठ साहब क्यों कराने? फिर तो बंदा चढ़ाई कर जाता, ਉਹਦੀ आत्मा ਨੂੰ शांति बख्शो जी, ऐ करो जी, फिर सचखंड ये बाणी प्रवान करो, सारा कुछ महाराज बख्शिश कर दें। ਜਿਹਦੇ प्रति भी पढ़ोगे, जिथे बह के पढ़ोगे, किसी लिए भी चौपी साहब के पाठ करके अरदास करो, ਉਹਦੀ रख्या होगी। इस करके महाराज जी ने बहुत सारे ऐसे कौतक किए ने, सुणाउंदियां बुद्धि घसजू, जीव घसजू, सब कुछ घसजू, पर असी सारी उपमा नहीं कह सकते, सारा कुछ नहीं सुना सकते। मैं भी इन्ना कुछ याद नहीं रख सकता जिन्ना कोई रखना चाहिए, पर फिर भी मैं बहुत कुछ वो विचों लैना, इतिहास विचों सुनाउना। अगले साल आप फिर इन्हां चीज़ों के उत्ते विचार कर लांगे। सारी संगत का बहुत बहुत धन्यवाद है, क्योंकि थोड़ा प्रसंग तो वैसे श्री गुरपुरब प्रकाश का चल रहा, पर यह कहते भी पहला तो कहते पोथी की कथा करनी, मैं देख लो, कहते हुण थोड़े, मैं कहा साढ़े तो जिमें आया चली जाना, वो मैं आप नहीं करता। जिमें अरदास करके बह गए, जिमें गुरु साहब ने कहाना कहा लेना, मैं वो पॉइंट कढ़ के तुहाडे अगे रख देने जिहड़े तुहाडे दिल ते भी असर करन, जिहड़े तुसीं कमा भी सको, जिहदे विचों आपां मुख मंतव लैना भी शहीदी क्यों दित्ती। और महाराज ने कहा भी धर्म 100 गुणा कीमती है शरीर नालों, ये गल दा हमेशा ख्याल रखो। नितनेम बहुत जरूरी, तुसीं माया लई भजदे हो, हाय माया करते, जदों कि साडा मंतव नहीं है माया वास्ते, साडा मंतव है सब में जोत जोत है सोए, तिसदा चानण सब में चानण होए, गुर साखी जोत प्रगट होए, प्रगटी जोत मिले राम प्यारे। साडा मुख कर्म है कि असीं बंदगी करके, नाले कलगीधर महाराज ने ये बचन आपां नूं कीता भी जागत जोत जपै निसबासर, एक बिना मन नैक ना आन। अखीर ते जाके कहने पूर्ण जोत जगह घट मैं तब खालस ताए नखालस जाना। पूर्ण जोत जगह घट मैं, हिरदे च जोत जग पी। तुसीं मन्नो मेरी गल, तुसीं एक बार मेहनत करके कोई जना भी जोत जगा लो, फिर तुसीं सीस तली ते रख के भी लोगों नूं जंग लड़ के दिखा सकते हो। फिर तुसीं वो काम कर सकते हो जिहड़े लोग हुण मनदे नहीं है। एक सिंह नकोदर वाल है, बहुत भगती है उहदी, वो पिंड दे विच एक बंदा करदा ही रहे, बाबा दीप सिंह सीस नहीं लत्था, फलाना है नहीं, रीठे मिठे नहीं कीते। हुण सिंह नूं दुख हुंदा ही आ, वो कहंदा काका इदां करी, शाम नूं अपने खेतां च आ जी। कहंदा चंगा जी। एक तूत दे दरख्त कोल खड़ गया आप, सिंह उत्थे खड़ गया, आप उहदे कोल पहलां खड़ा सी, ते कहना जाओ तूत दे दरख्त कोल जा तू। उहनूं उहने कहा, जाके खड़िया, हले खड़े ही सी ते सिंह नाल खड़ा। कहने इन तो हुण मैं उत्थे छड्ड के आया। कहना हुण मैनूं ऐं दस दे भी बाबा जी दा सीस तली ते रखिया। कहना हाँ जी सारा कुछ ठीक आ। हुण ये लोग एक तां डंडे दे यार है सारे, एक इन्हां नूं दिखाउणा पैंदा सारा कुछ। महाराज क्यों नहीं दिखा रहे? सतगुरु कहंदे ये पापियां नूं नहीं दिखाउणा, ये माड़े कर्मां वालिआं नूं कुछ नहीं दिखाउणा। असीं दिखावांगे जिहड़े बंदगी करनगे, जिहड़े साडे ते भरोसा करनगे, जिहड़े यकीन करनगे। बहुत कुछ है तो सही लखै जो कोई, है तो बहुत कुछ है तो उरे भी बहुत कुछ है तो सारे थाई बहुत कुछ है, पर जदों शुरू ही नहीं हो, श्रद्धा ही नहीं हैगी मन के अंदर, फिर दिखाउणा भी किसी ने की है। विश्वास करो, यकीन करो। एक जगह विश्वास करके बह जाओ। धन्ना जी पत्थर दे मूहरे बह गए सी,
प्रशादा लैके इदां ही बैठे रहे भी बस प्रशादा छको। अंदरली एकाग्रता इन्नी ज़्यादा हो गई कि वो खड़ना पिया के। तरलोचन जी भगत जी नूं जब उदों कहंदे धन्या ये रब है, कहंदे आह दे पैड़ां छपियां होईयां, कहंदे है तां गल सही। फिर चरण फड़ लए सी, कहंदे मैनूं भी दर्शन करा दे। फिर दर्शन उन्होंने भी कराए सी। साध संगत है तो सारा कुछ ही है, तुसीं हुण कहो दिखा सानूं, पहलां रहत तां दिखाओ थोड़ी कित्थे है। कईयां तां गातरा भी नहीं पाया होया, कई मोने कही जांदे दिखाओ रब। ले तैनूं तेरे वर्गे मूर्ख आदमी रब दिखाउणा? और रब भी किसी योग्यता वाले नूं ही दिखाया जा सकता है। कहंदे आ तां खड़े देख महाराज, सारा कुछ ही कोल खड़ा है, पर वो दिखदा नहीं है। रहत वालियां नूं दिखदा है, नितनेम वालियां नूं दिखदा है, बंदगी वालियां नूं दिखदा है। जिहड़े कमाई करदे हक दी ते दसवां दसवंध कढ़दे ने, ते जिहड़े किसे दा भी खांदे नहीं, कुछ माड़ा नहीं बोलदे, किसे दा दिल नहीं दिखाउंदे, एक सारियां विच ब्रह्म नूं देखदे ने, उन्हां नूं महाराज कहने इन्हां नूं मैं दिखदा। इस करके है तां सही महाराज दर्शन कराउंदे रहत वालियां नूं। भुल्लां चुक्कां दी माफ़ी बख्शनी। समा हुण काफ़ी हो चुक्या, प्यार दे नाल सारियां संगतां हुण नाम जपीए, ये भी उन्हां वास्ते ही है। जिन्ने सिंह मैं तो पिछों ही लैना हुंदा, पंजवें पातशाह तो लैके हुण तक दे जिन्ने शहीद ने, उन्हां सारे शहीदां सिंघां मातावां भैणां बीबियां बच्चियां दे नाम दे उत्ते सिमरन करना। बई शहीदो ਸਿੰਘੋ असीं तुहानूं कुछ नहीं दे सकते, साडे कोल कुछ नहीं है, तुसीं आप प्रवान कर लिओ साडा। सानूं सिੱਖੀ बख्शो, सानूं नामदान बख्शो, प्रकाश बख्शो, सरदा भावना बख्शो। वाहेगुरु 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 धन वाहेगुरु। वाहेगुरु 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 धन वाहेगुरु। वाहेगुरु 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 धन वाहेगुरु। जह जह देखो तह हजूर, दूर कतो ना जाई। जह जह पे तो साध संगत जी जपना ना ये समझ के नहीं जपना भी वो नीली छत्त वाला वो उत्थे आ, पिछे ही आ, तुहाडे अंदर ही बैठ के आप ही कह रहे वाहेगुरु, तुसीं तां नहीं कह रहे। जे उहदे अंदर जोत आ ताइयों तो वाहेगुरु बोल रहे। मुर्दा कदे वाहेगुरु कह सकदा? अंदर ही है। आप व्यापक भी है, लाइट वांगू सारे व्यापक भी है। कोल महसूस करो, कोल ही आप भी सुनी जाते ने, वो आप भी जपी जाते ने। इस गुरमंत्र उत्ते कौन नहीं खुश हुंदा? सारे ही खुश हुंदे, हर कोई खुश हुंदा है। क्या देवी देवते पीर पैगंबर सतगुर सारे
ਸਾਰੀਆਂ ਫੌਜਾਂ ਸਾਰੇ ਮਹਾਤਮਾ ਇਹ ਗੁਰਮੰਤਰ ਦੇ ਉੱਤੇ ਤਾਂ ਬਹੁਤ ਜਿਵੇਂ ਸੱਪ ਬੀਨ ਤੇ ਮੇਲਦਾ ਨਾ, ਇੱਦਾਂ ਮੇਲਦੇ ਸਾਰੇ। ਬਈ ਵਾਹ, ਨਿਰੰਕਾਰ ਜੀ ਦਾ ਨਾਮ ਆ ਗਿਆ ਹੁਣ। ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ। ਦੁਕਾਲੰ ਪਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ अपंगं विपूते। दुकालं प्रणासी दयालं स्वरूपे सदा अंग संगे अपंगं विपूते। वाहेगुरु 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 धन वाहेगुरु। वाहेगुरु 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 धन वाहेगुरु। तुम मात पिता हम बारिक तेरे, तुम्हारी कृपा में है सुख कनेरे। तुम मात पिता हम बारक तेरे, तुम्हारी कृपा में है सुख कनेरे। धन गुरु गोबिंद सिंह जी धन माता साहिब कौर। धन गुरु गोबिंद सिंह जी धन माता साहिब कौर। धन गुरु गोबिंद सिंह जी धन माता साहिब कौर। धन गुरु गोबिंद सिंह जी धन माता साहिब कौर। धन बाबा अजीत सिंह जी धन बाबा जुझार सिंह जी। धन बाबा जोरावर सिंह जी धन बाबा फतेह सिंह जी। धन बाबा अजीत सिंह जी धन बाबा जुझार सिंह जी। धन बाबा जोरावर सिंह जी धन बाबा फतेह सिंह जी। धन भाई दया सिंह जी धन भाई धर्म सिंह जी। धन भाई हिम्मत सिंह जी धन भाई मोहकम सिंह जी। धन भाई दया सिंह जी धन भाई धर्म सिंह जी। धन भाई हिम्मत सिंह जी धन भाई मोहकम सिंह जी। धन भाई साहिब सिंह जी धन गुरु खालसा। 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 वाहेगुरु 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 धन वाहेगुरु। वाहेगुरु 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 धन वाहेगुरु।
ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ। ਸੋ ਸਾਧ ਸੰਗਤ ਇਸ ਤਰ੍ਹਾਂ ਆਪ ਸਿਮਰਨ ਕਰਿਆ ਕਰੋ। ਮਹਾਰਾਜ ਨੇ ਬਚਨ ਕੀਤਾ ਦਸਾਂ ਗੁਰਾਂ ਦਾ ਨਾਮ ਜਪਣ ਨਾਲ ਲਾਭ ਹੋਏਗਾ। ਪਹਿਲੇ ਪਾਤਸ਼ਾਹ ਨੇ ਕਿਹਾ ਸੀ ਬਾਬਾ ਬੁੱਢਾ ਜੀ ਨੂੰ ਕਿ ਬਾਬਾ ਜੀ ਜਿਹੜਾ ਤੁਹਾਡਾ ਨਾਮ ਵੀ ਲਵੇਗਾ ਨਾ ਉਹਨੂੰ ਵੀ ਸਿੱਖੀ ਮਿਲ ਜਾ ਕਰੇਗੀ, ਤੁਸੀਂ ਸਿੱਖੀ ਦੇ ਥੰਮ ਹੋ। ਮੈਂ ਮਨ ਦੇ ਅੰਦਰ ਪ੍ਰਸ਼ਨ ਕੀਤਾ, ਇਹ ਬੇਨਤੀ ਕੀਤੀ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਤੁਹਾਡੇ ਸਿੱਖ ਦਾ ਕੋਈ ਨਾਮ ਲੈਣਾ ਉਹਨੂੰ ਸਿੱਖੀ ਮਿਲੇਗੀ, ਜੇ ਕੋਈ ਆਖੇਗਾ ਧੰਨ ਗੁਰੂ ਨਾਨਕ ਫਿਰ ਉਹਨੂੰ ਕੀ ਮਿਲੇਗਾ? ਕਹਿੰਦੇ ਉਹਨੂੰ ਫਿਰ ਗੁਰੂ ਨਾਨਕ ਹੀ ਮਿਲੇਗਾ। ਇਹ ਸਾਰੇ ਗੁਰਾਂ ਦੇ ਨਾਮ, ਇਹ ਤੁਸੀਂ ਕੁਛ ਨਾ ਕਰੋ, ਤੁਸੀਂ ਕੁਛ ਕਰਨਾ ਵੀ ਨਹੀਂ, ਕਰ ਵੀ ਨਹੀਂ ਸਕਣਾ। ਤੁਸੀਂ ਤਾਂ ਬਾ ਪਹਿਲੇ ਪਾਤਸ਼ਾਹ ਤੋਂ ਲੈ ਕੇ ਜਿੰਨੇ ਸਿੱਖ ਹੋਏ ਨੇ, ਜਿੰਨੇ ਗੁਰੂ ਸਾਹਿਬਾਂ ਨਾਮ, ਸਿੱਖਾਂ ਦੇ ਨਾਮ, ਸ਼ਹੀਦਾਂ ਦੇ ਨਾਮ, ਸਾਰਾ ਦਿਨ ਗਿਣ ਗਿਣ ਇਹੀ ਲਈ ਜਾਇਆ ਕਰੋ। ਤੁਹਾਡੇ ਲਈ ਤੇ ਇਹੀ ਜਹਾਜ਼ ਬਣ ਜਾਣਾ ਤਾਰਨ ਵਾਸਤੇ, ਇਹੀ ਸੇ ਤੁਹਾਨੂੰ ਤਾਰ ਦੇਣਾ। ਉਹ ਕਿਉਂ? ਉਹਨਾਂ ਦੀ ਕਮਾਈ ਇੰਨੀ ਜ਼ਿਆਦਾ ਹੈ, ਇੰਨੀ ਜ਼ਿਆਦਾ ਕਮਾਈ ਹੈ। ਅੱਛਾ ਵੀ ਉਹਨਾਂ ਦਾ ਨਾਮ ਲਿਆ, ਚਲੋ ਜੀ ਪਾਰ, ਚਲੋ ਜੀ ਪਾਰ। ਕਿਉਂਕਿ ਮਿੱਤਰਤਾ ਪਾਓ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਨਾਲ ਜੀ ਦੇ ਬਾਰੇ ਉਹ ਕਹਿ ਦੇਣਗੇ ਨਾ, ਮਹਾਰਾਜ ਜੀ ਇਹ ਸਾਡੀ ਬਹੁਤ ਸੇਵਾ ਕਰਦੇ ਰਹੇ, ਪਾਰ ਚੱਲ ਵੀ। ਅੱਛਾ ਤੁਹਾਡੀ ਸੇਵਾ ਕੀਤੀ, ਚਲੋ ਪਾਰ। ਪਿਆਰ ਪਾਓ, ਪਿਆਰ ਪਾਓ। ਰਿਸ਼ਤੇਦਾਰੀ 'ਚ ਪਿਆਰ ਵਧਾਉਂਦੇ ਹੋ, ਦੋਸਤਾਂ ਨਾਲ ਗਿਫਟ ਦੇ ਕੇ ਪਿਆਰ ਵਧਾਉਂਦੇ ਹੋ। ਹੈ ਜੀ ਵਿਆਹਾਂ ਸ਼ਾਦੀਆਂ 'ਤੇ ਤੁਸੀਂ ਜਾ ਜਾ ਗਿਫਟਾਂ ਦਿੰਦੇ ਹੋ, ਵੀ ਰਿਸ਼ਤੇਦਾਰ ਸਾਡਾ ਪਿਆਰ ਪਾਊਗਾ, ਉਹ ਫਿਰ ਤੋੜ ਕੇ ਚੱਲ ਜਾਂਦਾ। ਇਹਨਾਂ ਨੇ ਨਹੀਂ ਤੋੜਨੀ, ਇਹ ਪੱਕੇ ਆ। ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀ, ਜੇ ਬਾਹੇ ਨਾ ਛੋੜੀ ਹੈ, ਇਹਨਾਂ ਨੂੰ ਕਿਤੇ ਦੇ ਕੇ ਦੇਖਿਓ ਰੁਮਾਲੇ, ਸਿਹਰੇ, ਨਿਸ਼ਾਨ ਸਾਹਿਬ ਦਾ ਬਸਤਰ, ਉਹਨਾਂ ਦੇ ਨਾਂ 'ਤੇ ਕਦੇ ਪ੍ਰਸ਼ਾਦਾ, ਲੰਗਰ, ਪਾਣੀ, ਉਹ ਯਾਦ ਰੱਖਦੇ ਨੇ। 100 ਸਾਲ ਨੂੰ ਪੁੱਛ ਲਿਓ, 1000 ਸਾਲ ਨੂੰ ਪੁੱਛ ਲਿਓ, ਬਾਬਾ ਜੀ ਪਛਾਣ ਲਿਆ? ਕਹਿਣੇ ਹਾਂ ਤੂੰ ਉਹੀ ਹੈ ਜਿਹਨੇ ਸਾਡੇ ਲਈ ਜਲੇਬੀਆਂ ਲੰਗਰ ਕਰਾਇਆ ਸੀ ਭਾਈ। ਅਸੀਂ ਇੱਕ ਵਾਰ ਬਾਬਾ ਅਜੀਤ ਸਿੰਘ ਜੀ ਕਿਸੇ ਨੂੰ ਕਹਿੰਦੇ ਬਾਬਾ ਜੀ ਭੁਲਾਇਓ ਨਾ ਸਾਨੂੰ। ਬਾਬਾ ਜੀ ਕਹਿੰਦੇ ਤੂੰ ਆਪਦੀਆਂ ਉਂਗਲਾਂ ਨੂੰ ਭੁੱਲ ਜਾਂਦਾ, ਪੈਰ ਨੂੰ ਭੁੱਲਿਆ, ਗੋਡੇ ਨੂੰ ਭੁੱਲਿਆ, ਕਦੇ ਆਪਣੀਆਂ ਅੱਖਾਂ ਨੂੰ ਭੁੱਲਿਆ, ਤੂੰ ਆਪਣੇ ਕਿਸੇ ਸਰੀਰ ਦੇ ਅੰਗ ਨੂੰ ਭੁੱਲਦਾ? ਕਹਿੰਦੇ ਨਹੀਂ, ਕਹਿੰਦੇ ਤੁਸੀਂ ਸਾਡਾ ਅੰਗ ਹੋ ਖਾਲਸਾ ਜੀ, ਅਸੀਂ ਤੁਹਾਨੂੰ ਕਿਵੇਂ ਭੁੱਲ ਸਕਦੇ? ਆਪਾਂ ਨੂੰ ਉਹ ਭੁੱਲਦੇ ਨਹੀਂ, ਇਹ ਤਾਂ ਆਪਾਂ ਹੀ ਕਮਲੇ ਜਿਹੜੇ ਉਹਨਾਂ ਨੂੰ ਭੁਲਾ ਦਿੰਦੇ ਹਾਂ। ਤੁਸੀਂ ਵੀ ਨਾ ਭੁੱਲੋ, ਉਹ ਵੀ ਨਾ ਭੁੱਲੀ ਨਾ ਭੁਲਾਈ। ਮਿਹਰ ਕਰੀ ਸੱਚੇ ਪਾਤਸ਼ਾਹ, ਅਸੀਂ ਭਾਵੇਂ ਭੁੱਲ ਜਾਈਏ ਪਰ ਤੁਸੀਂ ਸਾਨੂੰ ਜ਼ਰੂਰ ਯਾਦ ਰੱਖਿਓ। ਪਰ ਸਾਡਾ ਫਰਜ਼ ਵੀ ਬਣਦਾ ਗੇੜਾ ਜਿਹਾ ਪਾ ਕੇ ਨਾ, ਜੇ ਇੱਧਰ ਨੂੰ ਕਿਤੇ ਜਾਣਾ ਹੈ ਇਹਨੂੰ ਇੱਧਰ ਉੱਧਰ, ਫਤਿਹਗੜ੍ਹ ਸਾਹਿਬ ਜਾ ਹੀ ਵੜਿਆ ਕਰੋ ਵੀ ਆ ਗਏ ਆ ਮਹਾਰਾਜ ਜੀ। ਉਹ ਸਾਹਮਣੇ ਰਹੋ, ਸਾਹਮਣੇ ਰਹੋ ਅਫਸਰ ਦੇ, ਉਹ ਸਭ ਦੇਖਦੇ ਰਹਿਣਗੇ ਆਉਂਦਾ ਫਿਰ ਨਿਗਾਹ ਵੀ ਹੋ ਜਾਂਦੀ ਹੈ। ਤੁਸੀਂ ਜਾਂਦੇ ਹੀ ਨਹੀਂ। ਫਿਰ ਉਹ ਕਿੰਨਾ ਚਿਰ ਕਹਿੰਦੇ ਅੱਛਾ ਭਾਈ ਕੌਣ ਹੈ ਇਹ? ਮਾਰੇ ਪਛਾਣਿਆ ਨਹੀਂ। ਅੱਛਾ ਮੈਂ ਜੀ 5 ਸਾਲ ਪਹਿਲਾਂ ਆਇਆ ਸੀ, ਮੈਂ 10 ਸਾਲ ਪਹਿਲਾਂ ਆਇਆ ਸੀ। ਕਹਿੰਦੇ ਅੱਛਾ ਭਾਈ ਸਾਨੂੰ ਤਾਂ ਪਤਾ ਨਹੀਂ। ਜਾਂਦੇ ਰਹੋ, ਪਛਾਣਦੇ ਰਹਿੰਦੇ ਨੇ। ਇਹ ਤਾਂ ਭਾਈ ਸਾਡਾ ਬਹੁਤ ਹੀ ਪਿਆਰਾ ਹੈ, ਇਹ ਤਾਂ ਹਰ ਮਹੀਨੇ ਆਉਂਦਾ, ਇਹ ਤਾਂ ਹਰ ਹਫ਼ਤੇ ਆਉਂਦਾ। ਕਈ ਸਿੰਘ ਨੇ ਐਸੇ ਮੋਹਾਲੀ ਤੋਂ, ਚੰਡੀਗੜ੍ਹ ਤੋਂ, ਹੋਰ ਥਾਵਾਂ ਤੋਂ ਤੜਕੇ 2 ਵਜੇ ਪਹੁੰਚ ਜਾਣਾ ਉਹਨਾਂ ਨੇ। ਦੇਖੋ ਕਿੱਥੇ ਮੋਹਾਲੀ ਹੈ, ਕਿੱਥੇ ਚੰਡੀਗੜ੍ਹ, ਕਿਹੜੇ ਇਲਾਕਿਆਂ ਤੋਂ ਲੋਕ। ਦਰਬਾਰ ਸਾਹਿਬ ਕਿੰਨੀ ਸੰਗਤ ਹੈ, ਰਾਤ ਨੂੰ ਪਟਿਆਲੇ ਬੱਸ ਫੜਦੀ ਪਹੁੰਚੀ ਹੁੰਦੀ ਹੈ ਉੱਥੇ ਵੀ ਅਸੀਂ ਜਾਣਾ ਹੈ। ਬੜੇ ਬੜੇ ਅਫਸਰ ਆਉਂਦੇ ਨੇ, ਐਡੇ ਵੱਡੇ ਅਫਸਰ ਆਉਂਦੇ ਨੇ, ਹੈਰਾਨ ਹੋ ਜਾਂਦੇ ਦੇਖ ਕੇ। ਔਰ ਸਾਦੇ ਜੇ ਕੱਪੜੇ, ਕੁੜਤਾ ਪਜਾਮਾ, ਦਾੜੀਆਂ ਖੁੱਲੀਆਂ। ਅਸੀਂ ਪੁੱਛਦੇ ਤੁਸੀਂ ਇੱਥੇ ਕਿੱਥੇ? ਕਹਿੰਦੇ ਕਿਉਂ, ਅਸੀਂ ਨਹੀਂ ਲੈਣਾ ਕੁਛ। ਬਹੁਤ ਬੜੇ ਅਫਸਰ ਆਉਂਦੇ ਨੇ, ਸੇਵਾ ਕਰਦੇ ਨੇ, ਬਹੁਤ ਦੇਖੇ ਨੇ, ਦਸਵੰਧ ਕੱਢਦੇ ਨੇ, ਗੁਰਦੁਆਰਿਆਂ ਦੀ ਸੇਵਾਵਾਂ ਕਰਾਉਂਦੇ ਨੇ। ਕੁਛ ਖੱਟ ਲਓ, ਇੱਧਰ ਉੱਧਰ ਪੈਸਾ ਖਰਾਬ ਨਾ ਕਰੋ, ਸਵਾਸ ਨਾ ਖਰਾਬ ਕਰੋ, ਸਤਿਗੁਰੂ ਕਿਰਪਾ ਕਰਨ। ਆਓ ਸਾਰੀਆਂ ਸੰਗਤਾਂ ਹੁਣ ਆਨੰਦ ਸਾਹਿਬ ਦਾ ਪਾਠ ਕਰੀਏ, ਇੱਕ ਇੱਕ ਪੰਕਤੀ ਕੀਮਤੀ।
ਸਤਿ ਸ਼੍ਰੀ ਅਕਾਲ। ਆਓ ਆਨੰਦ ਸਾਹਿਬ ਦਾ ਪਾਠ ਕਰਨਾ। ਇੱਕ ਇੱਕ ਪੰਕਤੀ ਬਹੁਤ ਕੀਮਤੀ ਹੈ। ਕਈ ਵਾਰ ਇੱਕ ਪੰਕਤੀ ਨਾਲ ਹੀ ਬੰਦਾ ਤਰ ਜਾਂਦਾ। ਇਸ ਕਰਕੇ ਇਹ ਨਹੀਂ ਕਹਿਣਾ ਜੋ ਆਨੰਦ ਸਾਹਿਬ ਹੋ ਰਿਹਾ ਅੱਛਾ ਚਲੋ ਜੀ, ਐਵੇਂ ਨਹੀਂ ਸਮਝੀਦਾ ਹੁੰਦਾ ਪਿਆ। ਆਨੰਦ ਸਾਹਿਬ ਅੱਛਾ ਆਸਾ ਦੀ ਵਾਰ ਤਾਂ ਰੋਜ਼ ਹੀ ਕਰੀ ਜਾਂਦੇ ਆ, ਉਹਨੂੰ ਵੀ ਨਹੀਂ ਸੁਣਨਾ ਅਸੀਂ। ਅੱਛਾ ਰਹਿ ਰਾਸ ਨੂੰ ਵੀ ਅੱਛਾ ਇਹ ਤਾਂ ਰਹਿ ਰਾਸ ਹੀ ਹੈ, ਹੋਰ ਤੁਸੀਂ ਕੀ ਸੁਣਨਾ? ਹੋਰ ਕੋਈ ਕਰਨਾ ਨਹੀਂ, ਸੁਣਨਾ ਨਹੀਂ। ਇਹ ਸੁਣੋ ਧਿਆਨ ਨਾਲ ਆਨੰਦ ਸਾਹਿਬ ਦੇ ਵਿੱਚ ਕੀ ਮਹਾਰਾਜ ਨੇ ਬਚਨ ਕੀਤੇ ਨੇ। ਆਹ ਸਤਿਗੁਰੂ ਕਿਰਪਾ ਕਰਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈ। ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਾਨ ਵਸਾ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਾਰ ਸੁਭਾਗੈ। ਕਾਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ, ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਔਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸ਼ਲੋਕ ਪਵਨ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ,
ਕੀਤੀ ਛੋਟੀ ਨਾਮ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।